ਰਹੇ ਨੇ, ਕਵੀ ਇਕੱਠੇ ਹੋ ਕੇ ਆ ਰਹੇ ਨੇ। ਉਸੇ ਵੇਲੇ ਦੀਵਾਨ ਵਿੱਚ ਆ ਬਚਨ ਆਨੰਦ ਸਿੰਘ ਨੇ ਕਹੇ ਹੀ ਸੀ ਹਲੇ 10ਵੇਂ ਪਾਤਸ਼ਾਹ ਨੂੰ ਕਿ ਅੱਕ ਜੀ ਸਿੱਖ ਬਾਹਰੋਂ ਆਇਆ, ਉਹਦੇ ਚ ਪ੍ਰੇਤ ਹੋਇਆ ਬੜਿਆ ਹੋਇਆ, ਪਤਾ ਨਹੀਂ ਕੀ ਕਾਰਨ ਹੈ, ਬਹੁਤ ਦੁਖੀ ਹੈ। ਉਹਦੇ ਬਚਨ ਮਹਾਰਾਜ ਨੇ ਸੁਣ ਤਾਂ ਲਏ ਪਰ ਜਵਾਬ ਨਹੀਂ ਦਿੱਤਾ। ਜਦ ਨੂੰ ਕਵੀ ਆ ਗਏ, ਕਵੀ ਗੁਣੀ ਗਨ ਗੁਰ ਢਿਗ ਆਏ, ਬਹੁਤ ਗੁਣਾਂ ਚ ਭਰਪੂਰ ਹਨ ਜਿਹੜੇ ਗੁਣੀ ਕਵੀ ਆ ਗਏ। ਪਠਨ ਸੁਨਨ ਕੋ ਪਰਚਾ ਜੋਏ, ਪਤਾ ਕਿ ਉਹਨਾਂ ਨੂੰ ਇਸ ਵੇਲੇ ਗੁਰੂ ਕੇ ਦੀਵਾਨ ਦੇ ਵਿੱਚ ਅਸੀਂ ਕਵਿਤਾ ਉਚਾਰਨੀ ਹੈ, ਪੜਨ ਸੁਣਨ ਦਾ ਪਰਚਾ ਪਾਉਣਾ। ਜਿਨ ਕੈ ਸੰਗ ਕਰੈ ਰਸ ਸੋਏ, ਮਹਾਰਾਜ ਰਸਦਾਇਕ ਪਰਚਦੇ ਸਨ। ਇਹਨਾਂ ਦੀਆਂ ਕਵਿਤਾ ਦੇਖ ਕੇ ਵਿਧੀ ਚੰਦ ਪੰਡਤ ਬਿਰਜ ਲਾਲ, ਕੌਣ ਕੌਣ ਆਏ ਨੇ ਕਿ ਵਿਧੀ ਚੰਦ ਸਤ ਸੰਗਤ ਜੀ 6ਵੇਂ ਪਾਤਸ਼ਾਹ ਦੇ ਟਾਈਮ ਵਾਲਾ ਵਿਧੀ ਚੰਦ ਨਾ ਸਮਝ ਲੈਣਾ, ਇਹ ਵਿਧੀ ਚੰਦ ਹੋਰ ਹੈ। ਵਿਧੀ ਚੰਦ ਪੜੋ ਪੰਕਤੀ ਹੈ ਜੀ। ਵਿਧੀ ਚੰਦ ਪੰਡਤ ਬਿਰਜ ਲਾਲ, ਬਿਰਜ ਲਾਲ ਪੰਡਤ ਹੈ, ਖਾਨ ਚੰਦ ਅਰ ਚੰਦ ਨਿਹਾਲ, ਨਿਹਾਲ ਚੰਦ ਹੈ, ਖਾਨ ਚੰਦ ਹੈ। ਮਾਨਦਾਸ ਬੈਰਾਗੀ ਜੇਵ, ਇੱਕ ਵਿਰਾਗੀ ਸਾਧੂਆਂ ਚ ਮਾਨਦਾਸ ਹੈ। ਸੈਨਾਪਤ ਪੰਡਤ ਸੁਖਦੇਵ, ਸੈਨਾਪਤੀ ਇੱਕ ਸਤ ਸੰਗਤ ਜੀ ਕਵੀ ਦਾ ਨਾਮ ਹੈ, ਇੱਕ ਸੁਖਦੇਵ ਪੰਡਤ ਹੈ। ਆਲਮ ਸ਼ਾਹ ਮਦਨ ਗਿਰ ਆਇਓ, ਮਦਨਗਿਰੀ ਸੰਨਿਆਸੀ ਹੈ, ਉਹ ਵੀ ਕਵਿਤਾ ਉਚਾਰਦਾ ਹੈ। ਆਲਮ ਸ਼ਾਹ ਹੈ। ਬਿਰਖਾ ਸੁਖੂ ਗੁਨੀਆਂ ਪਾਇਓ, ਇਹ ਅੱਲਾਹ ਨੇ ਬਿਰਖਾ ਹੈ, ਸੁਖੂ ਹੈ, ਗੁਨੀਆਂ। ਗੁੰਨਾ ਅਲੀ ਹੁਸੈਨ, ਹੁਸੈਨ ਅਲੀ ਹੈ, ਗੁੰਨਾ ਹੈ। ਅਰ ਅਲ ਅਲ ਕਵੀ ਹੈ, ਉਹਦੇ ਰਾਵ ਰਾਵਲ ਕਬ ਬਲ, ਬਲ ਕਵੀ ਹੈ, ਰਾਵਲ ਕਵੀ ਹੈ, ਉਹਦੇ ਰਾਵ ਹੈ। ਸੁਖੀਆ ਧਰਮ ਸਿੰਘ ਅਰ ਚੰਦਾ, ਅਮਰ ਛਕਿਆ ਧਰਮ ਸਿੰਘ ਵੀ ਨਾਲ ਹੈ। ਚੰਦਾ ਕਵੀ ਹੈ, ਸੁਖੀਆ ਹੈ। ਬਲਵ ਕਵ ਕੁਬਰੇਸ਼ ਬਲੰਦਾ, ਬਲਬ ਕਵੀ ਹੈ, ਕੁਬਰੇਸ਼ ਹੈ ਕਵੀ। ਮਧੂ ਲਖਾ ਈਸ਼ਰ ਦਾਸ, ਮਧੂ ਤੇ ਲੱਖਾ ਹੈ, ਈਸ਼ਰ ਦਾਸ ਹੈ। ਧਿਆਨ ਸਿੰਘ ਧੰਨਾ ਸਿੰਘ ਦਾਸ, ਗੁਰੂ ਕਾ ਦਾਸ ਸਤ ਸੰਗੀ ਭਾਈ ਧੰਨਾ ਸਿੰਘ ਜਿਸ ਦੀ ਕਵਿਤਾ ਪਿੱਛੇ ਆਪਾਂ ਸੁਣ ਚੁੱਕੇ ਹਾਂ। ਧਿਆਨ ਸਿੰਘ ਹੈ। ਹੰਸ ਰਾਮ ਆਦਿਕ ਕਬ ਔਰ, ਹੰਸ ਰਾਸ ਵਰਗੇ ਕਵੀ ਆਏ। ਵਿਦਿਆਵੰਤਨ ਕੇ ਸਿਰ ਮੋਰ, ਸਾਰੇ ਭਾਈ ਵਿਦਿਆਵਾਨਾਂ ਦੇ ਸ਼੍ਰੋਮਣੀ ਕਵੀ ਹਨ ਹੰਸ ਰਾਮ ਵਰਗੇ। ਪ੍ਰਿਥਕ ਪ੍ਰਿਥਕ ਸਭ ਟੇਕਿਓ ਮਾਥਾ, ਸਾਰਿਆਂ ਨੇ ਆ ਕੇ ਇਕੱਠਿਆਂ ਨੇ ਸੱਚੇ ਪਾਤਸ਼ਾਹ ਨੂੰ ਵਾਰੀ ਵਾਰੀ ਮੱਥਾ ਟੇਕਿਆ। ਪਹਿਲਾਂ ਬੈਠੇ ਸਭਾ ਦੇਖ ਗੁਰਨਾਥਾ, ਸਤਿਗੁਰਾਂ ਦੇ ਸਤ ਸੰਗ ਜੀ ਦਰਸ਼ਨ ਕਰਕੇ ਸਭਾ ਦੀਵਾਨ ਚ ਬੈਠ ਗਏ। ਇਨ ਪਛਾਤੀ ਆਏ ਸ਼ਤਾਬੀ, ਇਹਨਾਂ ਕਵੀਆਂ ਤੋਂ ਬਾਅਦ ਛੇਤੀ ਦੇਣੇ ਰਾਗੀ ਆ ਗਏ। ਸੱਦੂ ਮੱਦੂ ਦੌਨ ਰਬਾਬੀ, ਇਹ ਰਬਾਬੀ ਸੀ ਖਾਲਸਾ ਸੱਦੂ ਤੇ ਮੱਦੂ। ਕੀਰਤਨ ਕਰਨ ਲੱਗੇ ਤਬ ਆਏ, ਇਹ ਵੀ ਆ ਕੇ ਕੀਰਤਨ ਕਰਨ ਲੱਗ ਗਏ। ਫਿਰ ਚਿਤ ਜਬੈ ਥਰੇ ਸਮਾਏ, ਸਾਰੇ ਜਦੋਂ ਸਤ ਸੰਗ ਜੀ ਸਮੁਦਾਇ ਬੈਠ ਗਏ ਨਾ ਸਰੀਰ ਕਰਕੇ, ਸਭ ਨੇ ਆਪਣੀਆਂ ਮਨ ਦੀਆਂ ਬਿਰਤੀਆਂ ਟਿਕਾ ਲੀਆਂ, ਸ਼ਬਦ ਵਿੱਚ ਜੋੜ ਲੀਆਂ। ਤਬ ਸ਼੍ਰੀ ਮੁਖ ਤੇ ਉੱਤਰ ਕਹਿਓ, ਸੁਭਾਏਮਾਨ ਮੁਖੋਂ ਸੱਚੇ ਪਾਤਸ਼ਾਹ ਨੇ ਉੱਤਰ ਦਿੱਤਾ। ਪ੍ਰੇਤ ਲਗਿਓ ਜਹ ਸਿੱਖ ਕੇ ਲਹਿਓ, ਫੇਰ ਲੱਗੇ ਉੱਤਰ ਦੇਣ ਆਨੰਦ ਸਿੰਘ ਨੂੰ। ਕਹਿੰਦਾ ਬਈ ਆਨੰਦ ਸਿਆ, ਤੂੰ ਕਿਹਾ ਸੀ ਵੀ ਪ੍ਰੇਤ ਚਿੰਬੜਿਆ ਹੋਇਆ ਸਿੱਖ ਨੂੰ, ਜਿਹੜਾ ਤੂੰ ਦੇਖਿਆ ਨਾ ਵੀ ਸਿੱਖ ਨੂੰ ਪ੍ਰੇਤ ਚਿੰਬੜਿਆ ਹੋਇਆ, ਸੋ ਨਾ ਪੜਤ ਹੋਗ ਜਪ ਰਸਨਾ। ਉਹ ਰਸਨਾ ਨਾ ਜਪਜੀ ਸਾਹਿਬ ਨਹੀਂ ਪੜਦਾ ਹੋਣਾ। ਜੇ ਜਪਜੀ ਸਾਹਿਬ ਪੜ੍ਹੇ ਤਾਂ ਪ੍ਰੇਤ ਭੂਤ ਕੋਈ ਨੇੜੇ ਨਹੀਂ ਆਉਂਦਾ ਹੈ। ਉਹ ਗੁਰੂ ਕੀ ਬਾਣੀ ਜਪਜੀ ਸਾਹਿਬ ਨਹੀਂ ਪੜਦਾ ਹੋਣਾ ਜਿਹੜਾ ਪ੍ਰੇਤਾਂ ਦਾ ਘੇਰਿਆ ਹੋਇਆ। ਜਿਨ੍ਹੋਂ ਕੰਠ ਤਿੰਨ ਪਰ ਕਛ ਬਸਨਾ, ਜਿਹਦੇ ਕੰਠ ਹੋਵੇ ਜਪਜੀ ਸਾਹਿਬ ਉਹਦੇ ਤੇ ਤਾਂ ਕਿਸੇ ਪ੍ਰੇਤ ਦਾ ਜ਼ੋਰ ਨਹੀਂ ਚੱਲਦਾ, ਭੂਤ ਪ੍ਰੇਤ ਦਾ। ਨਿਕਟ ਖਾਲਸਾ ਗੁਰ ਬਚ ਸੁਨਿਓ, ਨੇੜੇ ਜਿੰਨਾ ਖਾਲਸਾ ਬੈਠਾ ਸਿੰਘ ਸਾਰਿਆਂ ਨੇ ਗੁਰੂ ਕੇ ਬਚਨ ਸੁਣੇ। ਬੂਜਨ ਕਾਰਨੀ ਕੇ ਭਨਿਓ, ਪੁੱਛਣ ਵਾਸਤੇ ਚੰਗੀ ਤਰ੍ਹਾਂ ਖਾਲਸੇ ਨੇ ਕਿਹਾ, ਸ਼੍ਰੀ ਪ੍ਰਭ ਪਾਤਸ਼ਾਹ ਗੁਰ ਸਾਚੇ, ਇਹ ਸ਼੍ਰੋਮਣੀ ਪਾਤਸ਼ਾਹ ਦੇ ਪਾਤਸ਼ਾਹ ਸੱਚੇ ਸਤਿਗੁਰੂ ਕਲਗੀਧਰ ਪਾਤਸ਼ਾਹ, ਦਿਓ ਬਤਾਏ ਸੰਸੈ ਚਿਤ ਰਾਚੇ। ਸਾਡੇ ਤਾਂ ਚਿਤ ਸੰਸਿਆਂ ਚ ਰਚ ਗਏ ਜੀ। ਸ਼ੰਕਾ ਪੈਦਾ ਹੋਈ ਹੈ, ਦੱਸ ਦਿਓ। ਲੇਤ ਮੁਕਤ ਜਬ ਪਾਠ ਜੋਏ, ਜਪਜੀ ਸਾਹਿਬ ਦਾ ਪਾਠ ਅਸੀਂ ਸਾਰੇ ਸਿੱਖ ਕਰਦੇ ਹਾਂ ਨਾਮ ਧਰੀਕ। ਅਸੀਂ ਤਾਂ ਸਮਝਿਆ ਸੀ ਵੀ ਜਪਜੀ ਸਾਹਿਬ ਪੜ੍ਹ ਕੇ ਮੁਕਤੀ ਮਿਲਦੀ ਹੈ। ਤੁਸੀਂ ਕਹਿੰਦੇ ਹੋ ਪ੍ਰੇਤ ਨਹੀਂ ਰਹਿੰਦਾ ਨੇੜੇ ਤੇੜੇ। ਇਹ ਜਪਜੀ ਸਾਹਿਬ ਪ੍ਰੇਤ ਕੱਢਦਾ ਹੈ ਜਾਂ ਮੁਕਤੀ ਦਿੰਦਾ ਹੈ? ਕੈ ਸਰੀਰ ਕੀ ਰਛਾ ਹੋਏ, ਜਪਜੀ ਸਾਹਿਬ ਦੀ ਬਾਣੀ ਪੜ੍ਹਨਾ ਸਰੀਰਕ ਰੱਛਿਆ ਹੁੰਦੀ ਹੈ ਕਿ ਜਬ ਮੁਕਤੀ ਮਿਲਦੀ ਹੈ? ਇਹ ਨਿਰਣੇ ਹਮ ਪਾਵਹਿ ਜੈਸੇ, ਜਿਸ ਪ੍ਰਕਾਰ ਇਹ ਸਾਡਾ ਨਿਰਣਾ ਹੋ ਜਾਵੇ, ਇਹ ਸਾਨੂੰ ਬਚਨ ਖੋਲ ਕੇ ਦੱਸੋ। ਸਿੱਖਨ ਹੇਤ ਅਚਾਰੋ ਤੈਸੇ, ਸੱਚੇ ਪਾਤਸ਼ਾਹ ਸਿੱਖਾਂ ਦੇ ਸ਼ੰਕੇ ਕੱਢਣ ਵਾਸਤੇ
ਸਾਰਾ ਦੱਸੋ ਵਿਖਿਆਨ ਕਰਕੇ। ਸ੍ਰੀ ਮੁਖ ਤੇ ਫਰਮਾਵਨ ਕੀਨ, ਖਾਲਸਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਸ ਵੇਲੇ ਕਿਹਾ, ਅਮਰਤ ਫਲ ਕਿਸੂ ਕਰ ਲੀਨ। ਦਸ਼ਟਾਨ ਦਿੰਦੇ ਨੇ, ਕਹਿੰਦੇ ਭਾਈ ਕਿਸੇ ਨੇ ਅਮਰ ਫਲ ਲੈ ਲਿਆ ਹੱਥ ਵਿੱਚ, ਜੋ ਐਚ ਲਹਿ ਅਮਰ ਹੋਏ ਜਾਏ। ਜਿਹੜਾ ਉਸ ਨੂੰ ਅਮਰ ਫਲ ਨੂੰ ਛਕ ਦਵੇ ਨਾ, ਕਹਿੰਦੇ ਉਹਨੂੰ ਅਮਰ ਪਦਵੀ ਮਿਲ ਜਾਂਦੀ ਹੈ, ਮਰਦਾ ਨਹੀਂ ਹੈ। ਭੂਖ ਤ੍ਰਿਖਾ ਪੀ ਦੁਖ ਬਿਨਸਾਏ। ਨਾਲੇ ਇਹ ਵੀ ਹੈ ਉਹਦੀ ਭੁੱਖ ਪਿਆਸ ਵੀ ਖਤਮ ਹੋ ਜਾਂਦੀ ਹੈ। ਅਮਰ ਫਲ ਖਾਣ ਵਾਲੇ ਦੀ, ਅਮਰ ਫਲ ਉਹਨੂੰ 2 ਫਲ ਦਿੰਦਾ, ਨਾਲੇ ਤਾਂ ਉਹਦੀ ਭੁੱਖ ਪਿਆਸ ਚੱਕ ਦਿੰਦਾ, ਨਾਲੇ ਉਸ ਨੂੰ ਮ੍ਰਿਤੂ ਤੋਂ ਰਹਿਤ ਕਰ ਦਿੰਦਾ। ਅਮਰਤ ਫਲ ਜਿਮ ਦੋਨੋਂ ਕਰੇ, ਕਿਉਂ? ਜਿਵੇਂ ਅਮਰ ਫਲ ਵਿੱਚ 2 ਗੁਣ ਹਨ, ਤਥਾ ਸ਼ਕਤ ਜਪ ਜੀ ਜੁਗ ਧਰੇ। ਕਿਉਂ ਭਾਈ ਜਪਜੀ ਸਾਹਿਬ ਵੀ 2 ਸ਼ਕਤੀਆਂ ਰੱਖਦਾ ਹੈ। ਤਨ ਕੀ ਰਸ਼ਾ ਮੁਕਤ ਪਦਾਰਥ, ਇੱਕ ਤਾਂ ਮੁਕਤ ਪਦਾਰਥ ਵੀ ਮਿਲਦਾ ਹੈ, ਅੰਤ ਦੇ ਸਮੇਂ ਮੁਕਤੀ ਹੁੰਦੀ ਹੈ ਗੁਰਸਿੱਖ ਦੀ, ਜਿਹੜਾ ਜਪਜੀ ਸਾਹਿਬ ਦਾ ਕੰਠ ਕਰਨ ਵਾਲਾ ਹੈ, ਅਭਿਆਸੀ ਹੈ ਜਿਹੜਾ। ਨਾਲ ਹੀ ਜਿਹੜੇ ਸੰਸਾਰ ਦੇ ਦੁੱਖ ਹਨ, ਦੇ ਦੋਨੋਂ ਕੋ ਸਦਾ ਸਕਾਰਥ। ਜਿਵੇਂ ਭੂਤ ਪ੍ਰੇਤ ਨੇ ਸਭ ਕੋਈ ਨੇੜੇ ਨਹੀਂ ਰਹਿੰਦਾ, ਕਾਰਜ ਕੋਈ ਵਿਘਨ ਨਹੀਂ ਪੈਂਦਾ ਹੈ, ਇਉਂ ਭਾਈ ਸਫਲਾ ਹੁੰਦਾ ਹੈ ਜਪਜੀ ਸਾਹਿਬ। ਸੰਸਾਰ ਦੇ ਜੀਵ ਜਿਹੜੇ ਪੜ੍ਹਦੇ ਨੇ ਉੱਥੇ ਉਹਨਾਂ ਨੂੰ ਸਕਾਰਥੇ ਹੁੰਦਾ। ਸੁਨ ਕਰ ਤਾ ਪੰਡਤ ਬਿਰਜ ਲਾਲ, ਉਸੇ ਵੇਲੇ ਖਾਲਸਾ ਜੀ ਬਿਰਜ ਲਾਲ ਪੰਡਤ ਕੋਲੇ ਬੈਠਾ ਸੁਣ ਰਿਹਾ ਸੀ। ਬੇਨਤੀ ਕਰਦ ਭਇਓ ਤਿਸ ਕਾਲ, ਐਨ ਉਸੇ ਟਾਈਮ ਏਸੇ ਨੇ ਵੀ ਬਿਰਜ ਲਾਲ ਨੇ ਬੇਨਤੀ ਕੀਤੀ, ਬਾਤ ਸਾਹੋ ਸੁਨ ਮੇਰੀ ਬਾਤ। ਬਾਦਸ਼ਾਹ ਮੇਰੀ ਵੀ ਬਾਤ ਸੁਣ ਲਓ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਿਰਜ ਲਾਲ ਕਹਿੰਦਾ, ਇੱਕ ਦਿਨ ਸੁਪਨੇ ਮੈਂ ਵਿਖਿਆਤ, ਮੇਰੇ ਮਨ ਵਿੱਚ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਬਹੁਤੀ ਇੱਛਾ ਸੀ। ਰਾਤ ਦਿਨ ਮੇਰਾ ਮਨ ਤੜਫਦਾ ਰਹਿੰਦਾ ਸੀ। ਇੱਕ ਦਿਨ ਮੇਰੇ ਬੇਨਤੀ ਕਰਨ ਤੋਂ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਸੁਪਨੇ 'ਚ ਦਰਸ਼ਨ ਦਿੱਤੇ। ਸ਼੍ਰੀ ਨਾਨਕ ਕੋ ਦਰਸ਼ਨ ਕੀਨੋ, ਇਉਂ ਨਹੀਂ ਪਤਾ ਬਈ ਗਲਗੀਧਰ ਪਾਤਸ਼ਾਹ ਉਹੀ ਰੂਪ ਨੇ, ਇਤਨਾ ਕੁ ਤਾਂ ਪੜਦਾ ਹੈ ਨਾ ਬਿਰਜ ਲਾਲ ਦੇ ਅੰਦਰ। ਕਹਿੰਦਾ ਜੀ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿੱਤੇ ਸੁਪਨੇ ਵਿੱਚ। ਜਨਮ ਕਰਤਾਰਥ ਮੈਂ ਨਿਜ ਚੀਨੋ, ਮੈਂ ਜੀ ਸੁਪਨੇ 'ਚ ਦਰਸ਼ਨ ਕਰਕੇ ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ। ਆਏ ਨਾ ਸੱਕਾ ਤੁਝ ਕਨ ਪਿਆਰੇ, ਭੇਜ ਨਾ ਸਕੈ ਕੋਏ। ਆਓ ਸੁਭਾਗੀ ਨੀਂਦਰੀਏ ਮਤ ਸੋ ਦੇਖਾਂ ਸੋਏ। ਜਾਗਣ ਤੇ ਸੁਪਨਾ ਭਲਾ, ਬਸੀਏ ਪ੍ਰਭ ਸੰਗ। ਉਹਨਾਂ ਗੁਰਮੁਖਾਂ ਦਾ ਖਰਸੇ ਜਾਗਣ ਨਾਲ ਸੁਪਨਾ ਚੰਗਾ ਹੈ। ਜੇ ਕਿਤੇ ਪਰਮੇਸ਼ਰ ਦੀ ਪ੍ਰਾਪਤੀ ਦਾ, ਵਾਹਿਗੁਰੂ ਦੇ ਦਰਸ਼ਨਾਂ ਦਾ ਸੁਣੀ ਰੁਚੀ ਲੱਗੀ ਹੋਵੇ। ਸੁਪਨੇ ਚਰਿੱਤਰ ਚਿੱਤਰ ਬਾਨ ਕੇ ਬਨੇ ਵਿਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਪਰਮ ਦਿਆਲ ਲਾਲ ਲੋਚਨ ਵਿਸਾਲ ਮੁਖ ਵਚਨ ਰਸਾਲ ਮਦ ਮਦਰ ਪਿਆਏ ਹੈ। ਸੋਭਤ ਸਜਾਸਨ ਬਿਲਾਸਨ ਦੇ ਅੰਕ ਮਾਰ ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ। ਚਾਤਰਕ ਸ਼ਬਦ ਸੁਨ ਅੱਖੀਆਂ ਉਗਰ ਗਈ, ਭਈ ਜਲ ਮੀਨਗਤ ਬਿਰਹੋ ਜਗਾਏ ਹੈ। ਇਹ ਕਵਿਤ ਸਤ ਸੰਗਤ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਸਤ ਸੰਗਤ ਜੀ ਸ਼ਾਸਤਰ ਵਿੱਚੋਂ ਹੈ। ਜਿਸ ਵੇਲੇ ਆਪ ਜੀ ਸਤ ਸੰਗਤ ਜੀ ਪਰਖੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਖਰੀਦਣ ਭੇਜੇ, ਮੋਹਰਾਂ ਦੀਆਂ ਠੀਕਰੀਆਂ ਬਣਾ ਦਿੱਤੀਆਂ। ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਭਾਈ ਸਾਹਿਬ ਬਿਰਧ ਅਵਸਥਾ ਹੈ, ਠੀਕਰੀਆਂ ਦੇਖ ਕੇ ਡੋਲ ਗਏ, ਪਠਾਣਾ ਦਾ ਰਾਜ ਹੈ। ਘੋੜੇ ਭੇਜ ਚੁੱਕੇ ਆ ਖਰੀਦ ਕੇ, ਸੁਦਾਗਰ ਬਾਹਰ ਮਾਇਆ ਭਾਲਦੇ ਨੇ, ਦੇਈਏ ਕਿੱਥੋਂ ਠੀਕਰੀਆਂ ਪਈਆਂ। ਤੰਬੂ ਪਾੜ ਕੇ ਖਾਲਸਾ ਜੀ ਨੱਠ ਨਿਕਲੇ। ਦੂਸਰੇ ਸਿੱਖਾਂ ਨੇ ਸੋਚਿਆ ਬਈ ਨਿਕਲੇ ਨਹੀਂ ਰਕਮ ਲੈ ਕੇ ਤੰਬੂ ਚੋਂ, ਗਾਹਕ ਬਾਹਰ ਬੈਠੇ ਨੇ, ਘੋੜਿਆਂ ਤੋਂ ਵਪਾਰੀ ਜਿਹੜੇ ਖਰੀਦਦੇ ਨੇ ਜਿਨ੍ਹਾਂ ਕੋਲੋਂ। ਅੰਦਰ ਗਏ, ਉਸੇ ਤਰ੍ਹਾਂ ਨੰਗੀਆਂ ਖੋਲੀਆਂ ਹੋਈਆਂ ਖੁਰਜੀਆਂ, ਮੋਹਰਾਂ ਤੇ ਰੁਪਈਆਂ ਦੀਆਂ। ਸਿੱਖਾਂ ਨੇ ਜਿੰਨੇ ਧਨ ਦੀ ਲੋੜ ਸੀ ਤਾਰ ਦਿੱਤੇ ਉਹਨਾਂ ਨੂੰ, ਬਾਕੀ ਦੇ ਪੈਸੇ ਇਕੱਠੇ ਕਰਕੇ ਅੰਮ੍ਰਿਤਸਰ ਨੂੰ ਮੁੜ ਆਏ। ਹੈਰਾਨ ਨੇ ਕਿ ਭਾਈ ਗੁਰਦਾਸ ਜੀ ਕਿੱਧਰ ਚਲੇ ਗਏ। ਇਉਂ ਨਹੀਂ ਪਤਾ ਕੋਈ ਕੌਤਕ ਵਰਤਿਆ ਹੈ ਛੇਵੇਂ ਪਾਤਸ਼ਾਹ ਨੇ। ਸੋ ਸਤ ਸੰਗਤ ਜੀ ਮਜਲਾ ਕਰਦੇ, ਅੰਮ੍ਰਿਤਸਰ ਨਹੀਂ ਬੜੇ, ਕੀ ਮੂੰਹ ਲੈ ਕੇ ਜਾਵਾਂਗੇ। ਕਾਂਸੀ ਵਿੱਚ ਪਹੁੰਚ ਗਏ। ਕਾਂਸੀ 'ਚ ਜਾ ਕੇ ਸਤ ਸੰਗਤ ਜੀ ਬੜਾ ਸਤਿਕਾਰ ਹੋਇਆ। ਚੇਤਨ ਮੱਠ ਸਥਾਨ ਭਾਈ ਸਾਹਿਬ ਦੀ ਯਾਦ ਵਿੱਚ ਹੁਣ ਵੀ ਸਤ ਸੰਗਤ ਉੱਥੇ ਸੰਸਕ੍ਰਿਤ ਦਾ ਵਿਦਿਆਲਾ ਚੱਲਦਾ। ਲਾਹੌਰੀ ਟੋਲਾ, ਚੇਤਨ ਮੱਠ, ਇਸ ਤਰ੍ਹਾਂ ਸੰਸਥਾ ਨੇ ਜਿੱਥੇ ਸੰਸਕ੍ਰਿਤ ਪੜ੍ਹਾਈ ਜਾਂਦੀ ਹੈ। ਪੈਸਾ ਸਾਡੇ ਘਰ ਦਾ, ਗੁਰੂ ਨਾਨਕ ਦੇਵ ਜੀ ਦੇ ਘਰ ਦਾ ਖਰਚ ਹੁੰਦਾ। ਖਾਲਸਾ ਜੀ ਪੜ੍ਹਦਾ ਕੌਣ ਹੈ? ਗੰਦੇ ਧੂਏ ਨੂੰ ਵਰਤਣ ਵਾਲੇ ਲੋਕ ਜਿਹੜੇ ਹਨ।
ਅਸੀਂ ਕਹਿੰਦੇ ਇਹ ਤਾਂ ਹਿੰਦੂਆਂ ਦੀ ਵਿਦਿਆ, ਅਸੀਂ ਤਾਂ ਪੜ੍ਹਨੀ ਨਹੀਂ। ਸੋ ਵਿਦਿਆ ਨਾਲ ਵਿਤਕਰਾ। ਅੱਜ ਬਜ਼ੁਰਗਾਂ ਨੂੰ ਪੁੱਛੋ ਜਿਨ੍ਹਾਂ ਨੇ ਉਰਦੂ ਪੜ੍ਹਿਆ ਹੋਇਆ, ਹੋ ਕੇ ਲੈਂਦੇ ਨੇ, ਕਹਿੰਦੇ ਉਹ ਕੀ ਸੋਹਣੀ ਵਿਦਿਆ ਸੀ। ਵਿਦਿਆ ਨਾਲ ਕਿਸੇ ਦਾ ਕੀ ਬੈਰ ਹੈ ਖਾਲਸਾ ਜੀ? ਕੀ ਪਾਕਿਸਤਾਨੀ ਪੰਜਾਬੀ ਨੂੰ ਕੱਢ ਸਕਦੇ ਨੇ? ਹੱਡਾਂ 'ਚ ਰਚੀ ਹੋਈ ਹੈ ਜਿਹੜੀ, ਲਾਹੌਰ ਦੇ ਇਲਾਕੇ 'ਚ ਕੱਢ ਦੇਣ ਤਾਂ ਕਦੇ ਨਹੀਂ ਨਿਕਲਦੀ। ਸੋ ਸਤ ਸੰਗਤ ਜੀ, ਇਹ ਜਿਹੜੀ ਭਾਸ਼ਾ ਹੈ ਇਹ ਧਰਤੀ ਦੀ ਆਵਾਜ਼ ਹੈ। ਉਸ ਧਰਤੀ 'ਚੋਂ ਸਤ ਸੰਗਤ ਜੀ ਕੋਈ ਕੱਢ ਨਹੀਂ ਸਕੇਗਾ। ਠੀਕ ਆ, ਸਮਾਂ ਪਾ ਕੇ ਸਾਰੀਆਂ ਵਸਤੂਆਂ ਥਾਂ ਥਾਂ ਤੇ ਬਦਲਣੀਆਂ ਰਹਿੰਦੀਆਂ। ਇੱਕ ਵਾਹਿਗੁਰੂ ਅਚਲ ਹੈ, ਇੱਕ ਉਹਦਾ ਨਾਮ ਅਚਲ ਹੈ। ਹੋਰ ਸਾਰੀ ਦ੍ਰਿਸ਼ਟਮਾਨ ਹੈ ਸਗਲ ਮਥਿੰਨਾ, ਨਹੀਂ ਪ੍ਰਣਾਮ ਭਾਵ ਨੂੰ ਸਾਰੀ ਸੇਟੀ ਹੁੰਦੀ ਰਹਿੰਦੀ ਹੈ। ਸੋ ਖਾਲਸਾ ਜੀ ਰਹੋ ਵਿਚਾਰ। ਆਪ ਜੀ ਉੱਥੇ ਰਹੇ, ਰਾਜਾ ਸੇਵਕ ਬਣਿਆ, ਰੋਜ਼ ਕਥਾ ਹੁੰਦੀ ਹੈ। ਪਰ ਸਤ ਸੰਗਤ ਜੀ, ਮੱਛੀ ਨੂੰ ਭਾਵੇਂ ਰੇਸ਼ਮ ਦੇ ਪਟੋਲਿਆਂ 'ਚ ਲਪੇਟ ਕੇ ਸਤਕਾਰ ਨਾ ਰੱਖੋ, ਪਰ ਉਹ ਸੁੱਖ ਨਹੀਂ ਮਾਣਦੀ। ਉਹ ਕਹਿੰਦੀ ਮੈਨੂੰ ਤਾਂ ਪਾਣੀ ਹੋਈ ਚਾਹੀਦਾ। ਗੁਰਸਿੱਖ ਤਖਤ ਨਹੀਂ ਚਾਹੁੰਦਾ, ਗੁਰਸਿੱਖ ਵੱਡੇ ਵੱਡੇ ਪਦਾਰਥ ਨਹੀਂ ਅਮੀਰ ਲੋਕਾਂ ਦੇ ਘਰਾਂ ਚਾਹੁੰਦਾ। ਗੁਰਸਿੱਖ ਭਾਈ ਪਾਣੀ ਦਾ ਮੱਛ, ਅੰਮ੍ਰਿਤਮਈ ਬਾਣੀ ਦਾ ਮੱਛ ਹੈ। ਜਿਵੇਂ ਮੱਛ ਪਾਣੀ ਬਿਨਾਂ ਨਹੀਂ ਰਹਿੰਦਾ ਹੈ, ਗੁਰੂ ਕਾ ਸਿੱਖ ਬਾਣੀ ਦੇ ਆਸਰੇ ਹੈ। ਖਾਲਸਾ ਜੀ, ਗੁਰੂ ਕੇ ਦਿਦਾਰਿਆਂ ਦੇ ਆਸਰੇ। ਮਨ ਵਿੱਚ ਇੱਛਾ ਕਦੋਂ ਮਹਾਰਾਜ ਮੇਲ ਡੈਣ। ਸਾਰੀ ਜ਼ਿੰਦਗੀ ਗੁਰੂ ਘਰ ਲੰਘ ਗਈ, ਵਡੇਪੇ 'ਚ ਮਾੜੇ ਕਰਮਾਂ ਨੇ ਵਿਛੋੜਾ ਪਾ ਦਿੱਤਾ। ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੇ ਕਿਵੇਂ ਜਾਵਾਂ? 500 ਪੰਡਤ ਜਿਨ੍ਹਾਂ ਨੇ ਸ਼ੰਕਾ ਕੀਤੀ, ਕਾਂਸ਼ੀ ਗੜ੍ਹ ਸੀ ਸਤ ਸੰਗਤ ਜੀ ਸਨਾਤਨ ਮਤ ਵਾਲਿਆਂ ਦਾ, ਆ ਕੇ ਕਹਿੰਦੇ ਇਉਂ ਦੱਸੋ ਵੀ ਵਾਹਿਗੁਰੂ ਮੰਤਰ ਦਾ ਅਸੀਂ ਕਿਸੇ ਵੇਦ ਸ਼ਾਸਤਰ ਨਹੀਂ ਸੁਣਿਆ। ਇਹ ਦੱਸੋ ਬਈ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਮੰਤਰ ਇਹ ਕਿੱਥੋਂ ਨਵਾਂ ਕੱਢਿਆ? ਇਹਦਾ ਸਤੋਤਰ ਸੁਣਾਓ। ਨਾਲ ਹੀ ਸਾਰਿਆਂ ਤੀਰਥਾਂ ਨਾਲ ਅੰਮ੍ਰਿਤਸਰ ਤੀਰਥ ਕਿਉਂ ਸ਼੍ਰੋਮਣੀ ਹੈ? ਐਸੇ ਪ੍ਰਸ਼ਨ ਕੀਤੇ। ਖਾਲਸਾ ਜੀ ਭਾਈ ਸਾਹਿਬ ਨੇ ਨਖੇਰ ਨਖੇਰ ਕੇ ਉੱਤਰ ਦਿੱਤੇ। ਕਹਿਣਾ ਪਿਆ ਪੰਡਤਾਂ ਨੂੰ ਕਿ ਇਹ ਕਿਰਪਾ ਕਰੋ, ਅੱਗੇ ਵਾਸਤੇ ਇਸ ਮੰਤਰ ਦਾ ਅਸਤੋਤਰ ਸਾਨੂੰ ਬਣਾ ਕੇ ਦਿਓ, ਸੰਸਕ੍ਰਿਤ ਵਿੱਚ ਅਸੀਂ ਰੋਜ਼ ਪੜ੍ਹਿਆ ਕਰਾਂਗੇ। ਗਿਆਨ ਆਰਖੰ ਗਿਰਾਦੀਸ਼ੰ ਦੋ ਗੋਤੀ ਤੰਗ ਸੱਚ ਸਾਖਨੰ, ਇਹ ਤਾਂ ਕੱਲੇ ਕੱਲੇ ਅੱਖਰ ਦਾ ਸਤੋਤਰ ਵਾਹਿਗੁਰੂ ਮੰਤਰ ਦਾ। ਅਤੇ ਮਹਾਵਰਣੰ ਭਾਵਨਾਏ ਮਹੂਰ ਮਹੂ, ਜਿਹੜਾ ਇਹਨਾਂ ਮਹਾਵਰਨਾਂ ਨੂੰ ਅੱਖਰਾਂ ਨੂੰ ਬਾਰ-ਬਾਰ ਪੜ੍ਹੇਗਾ, ਸਿੱਧੀ ਏਵ ਨਾ ਸੰਸਿਆ, ਇਹਦੇ 'ਚ ਕੋਈ ਸੰਸਾ ਨਹੀਂ, ਮੋਕਸ਼ ਨੂੰ ਪ੍ਰਾਪਤ ਹੋਵੇਗਾ। ਇੰਨਾ ਸਤਿਕਾਰ ਰਾਜਾ ਪੂਜਨ ਕਰੇ, ਪਰ ਸਤ ਸੰਗਤ ਜੀ ਵਿਛੋੜਾ ਨਹੀਂ ਸਹਾਰ ਸਕਦਾ ਸੀ। ਮਨ ਵਿੱਚ ਗੁਰੂ ਸਾਹਿਬ ਦਾ ਧਿਆਨ ਵਸੇ। ਜਿੱਧਰ ਦਿਨੇ ਧਿਆਨ ਹੋਵੇ, ਰਾਤ ਨੂੰ ਵੀ ਸਤ ਸੰਗਤ ਜੀ ਆਪਾਂ ਉਧਰ ਹੀ ਚਿਤਵਦੇ ਹਾਂ। ਸੁਪਨਾ ਆਇਆ ਖਾਲਸਾ ਜੀ ਭਾਈ ਗੁਰਦਾਸ ਜੀ ਨੂੰ, 6ਵੇਂ ਪਾਤਸ਼ਾਹ ਦਰਸ਼ਨ ਹੋ ਰਹੇ ਨੇ, ਬਚਨ ਵਿਲਾਸ ਕਰ ਰਹੇ ਨੇ। ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ, ਤੜਕੇ ਬਵੀਹਾ ਬੋਲ ਪਿਆ। ਜਦੋਂ ਜਾਗ ਆਈ, ਇੱਕਦਮ ਸਤ ਸੰਗਤ ਜੀ ਵਿਛੋੜਾ ਹੋ ਗਿਆ ਕਿ ਨਹੀਂ? ਸੁਪਨੇ ਆਇਆ ਪੀ ਗਿਆ, ਮੈਂ ਜਦ ਭਰਿਆ ਰੋਏ, ਆਏ ਨਾ ਸੱਕਾਂ ਤੁਝ ਕਨ ਪਿਆਰੇ, ਭੇਜ ਨਾ ਸੱਕਾਂ ਕੋਏ। ਆਪ ਆ ਨਹੀਂ ਸਕਦੇ, ਕਿਹੜਾ ਮੂੰਹ ਲੈ ਕੇ ਆਉਣ? ਭੇਜਣ ਕਿਹਨੂੰ? ਸਤ ਸੰਗਤ ਜੀ, ਗੁਰੂ ਆਪ ਆਵੇ ਸਿੱਖ ਕੋਲੇ, ਹੁਕਮ ਮੰਨੇ। ਸੋ ਸਤ ਸੰਗਤ ਜੀ, ਇੱਧਰ ਗੁਰੂ ਸਾਹਿਬ ਨੇ ਕੀ ਕੌਤਕ ਵਰਤਾਇਆ ਕਿ ਸਿੱਖ ਤੜਫਦਾ ਮੱਛੀ ਦੀ ਨਿਆਈ। ਹੁਕਮਨਾਮਾ ਭੇਜ ਦਿੱਤਾ ਕਾਂਸ਼ੀ ਦੇ ਸਤ ਸੰਗਤ ਜੀ ਰਾਜੇ ਨੂੰ। ਇੱਥੇ ਸਾਡਾ ਇੱਕ ਚੋਰ ਆਇਆ ਨੱਠਿਆ ਹੋਇਆ, ਨਾ ਉਹਦਾ ਗੁਰਦਾਸ ਹੈ, ਉਹਦੇ ਮੁਸ਼ਕਾਂ ਬੰਨ ਕੇ ਸਾਡੇ ਸਿੱਖਾਂ ਦੇ ਹਵਾਲੇ ਕਰਕੇ ਅੰਮ੍ਰਿਤਸਰ ਭੇਜ ਦਿਓ। ਜਿਸ ਵੇਲੇ ਇਹ ਚਿੱਠੀ ਗਈ, ਥਾਂ ਥਾਂ ਤੇ ਸਤ ਸੰਗਤ ਜੀ ਢੰਡੋਰਾ ਫੇਰਿਆ ਗਿਆ। ਰਾਜਾ ਕਹਿੰਦਾ ਅੰਮ੍ਰਿਤਸਰੋਂ ਗੁਰੂ ਸਾਹਿਬ ਦੀ ਚਿੱਠੀ ਆਈ ਹੈ। ਭਾਈ ਗੁਰਦਾਸ ਨੇ ਪੜ੍ਹੀ, ਕਹਿੰਦਾ ਰਾਜ ਨੇ ਮੇਰੇ ਪ੍ਰਥਾਏ ਹੈ। ਰਾਜਾ ਹੈਰਾਨ, ਕਹਿੰਦਾ ਤੁਸੀਂ ਚੋਰ ਹੋ? ਮੈਨੂੰ ਤਾਂ ਭਰੋਸਾ ਨਹੀਂ ਵੱਜਦਾ। ਲਿਖ ਦਿੰਨੇ ਆ ਵੀ ਇੱਥੇ ਕੋਈ ਤੁਹਾਡਾ ਚੋਰ ਨਹੀਂ ਆਇਆ, ਆਪਾਂ ਲਿਖ ਦਿੰਨੇ ਆ ਚਿੱਠੀ। ਭਾਈ ਗੁਰਦਾਸ ਜੀ ਕਹਿੰਦੇ ਰਾਜਨ ਇਉਂ ਨਾ ਲਿਖ, ਮੈਂ ਹੀ ਚੋਰ ਹਾਂ, ਸੱਚ ਸਮਝ। ਜੇ ਤੂੰ ਸਿੱਖੀ ਆਪਣੀ ਨਿਭਾਉਣੀ ਹੈ ਤਾਂ ਮੇਰੀਆਂ ਮੁਸ਼ਕਾਂ ਬੰਨ੍ਹ ਕੇ ਸਿੱਖਾਂ ਦੇ ਹਵਾਲੇ ਕਰ ਦੇ ਮੈਨੂੰ। ਐਡਾ ਵੱਡਾ ਖਾਲਸਾ ਜੀ ਕਿਹਦਾ ਵੱਡਾ ਦਿਲ ਹੈ ਜਿਹੜਾ ਫਿਰ ਬ੍ਰਹਮ ਗਿਆਨੀ ਜੀ ਨੇ ਸਾਰੀ ਬਾਣੀ ਲਿਖੀ ਹੋਵੇ ਗੁਰੂ ਅਰਜਨ ਦੇਵ ਜੀ ਦੇ ਪਾਸ ਬੈਠ ਕੇ। ਉਸੇ ਤਰ੍ਹਾਂ ਸਤ ਸੰਗਤ ਜੀ ਉੱਥੋਂ ਚੱਲੇ। 500 ਪੰਡਤ ਰਿਹਾ ਨਹੀਂ, ਕਹਿੰਦੇ ਸਾਨੂੰ ਵੀ ਲੈ ਚੱਲੋ। 500 ਪੰਡਤ ਨੂੰ ਸਿੱਖ ਬਣਾ ਕੇ ਕਾਲ ਤਖਤ ਦੇ 6ਵੇਂ ਪਾਤਸ਼ਾਹ ਦੇ ਚਰਨੀ ਪਾਇਆ। ਐਡੀ ਵੱਡੀ ਸਤ ਸੰਗਤ ਜੀ ਕਮਾਈ
ਪਹਿਲੇ ਗੁਰਸਿੱਖਾਂ ਦੀ ਸੀ। ਅੱਜ ਸਾਡੇ ਪ੍ਰਚਾਰਕ ਬੜੀਆਂ ਤਨਖਾਹਾਂ ਲੈਂਦੇ, ਪਿੰਡ ਪਿੰਡ ਪ੍ਰਚਾਰ ਕਰਨ ਜਾਂਦੇ, ਨਾ ਕੋਈ ਅੰਮ੍ਰਿਤ ਛਕੇ। ਕਿਉਂ? ਕਰਨੀ ਆਪ ਦੀ ਨਹੀਂ ਹੈ। ਜੇ ਸਤ ਸੰਗਤ ਜੀ ਇਸ ਸਟੇਜ ਦੇ ਉੱਤੇ ਆਪ ਕਰਨੀ ਵਾਲਾ ਨਹੀਂ ਹੈ, ਉਹ ਬਚਨ ਨਾ ਕਦੇ ਵੀ ਬੋਲੋ। ਜਿਹੜੇ ਆਪ ਕਮਾਓ ਉਹ ਕਹੋ, ਨਹੀਂ ਤਾਂ ਚੌਕੀਦਾਰ ਵਾਂਗੂ ਕਹਿ ਦਿਓ, ਭਰਾਵੋ ਬਈ ਗੁਰੂ ਕਾ ਉਪਦੇਸ਼ ਆ, ਮੇਰੇ ਤੇ ਵੀ ਕਿਰਪਾ ਕਰੋ ਸਰੋਤਿਓ, ਵੀ ਮੈਂ ਵੀ ਇਹ ਕਮਾ ਲਵਾਂ। ਇਸ ਭਾਵਨਾ ਨਾਲ ਸਤ ਸੰਗਤ ਜੀ ਵਿਚਾਰ ਕਰੇ। ਕਦੇ ਕਿਸੇ ਸਿੱਖ ਨੂੰ ਹੁਕਮ ਨਾ ਦੇਵੇ ਤੂੰ ਐ ਕਰ। ਗੁਰੂ ਸਾਹਿਬ ਦਾ ਹੁਕਮ ਸਤ ਸੰਗੀ ਸਤ ਹੈ। ਸੋ ਸਤ ਸੰਗਤ ਜੀ, ਭਾਈ ਗੁਰਦਾਸ ਨੂੰ ਸੁਪਨੇ 'ਚ ਜਿਵੇਂ ਦਰਸ਼ਨ ਹੋਏ, ਅੱਜ ਉਸੇ ਤਰ੍ਹਾਂ ਇਹ ਬਿਰਜ ਲਾਲ ਪੰਡਤ ਕਹਿ ਰਿਹਾ, ਮਹਾਰਾਜ ਮੇਰੇ ਮਨ ਵਿੱਚ ਇੱਛਾ ਸੀ ਗੁਰੂ ਨਾਨਕ ਦੇਵ ਜੀ ਦਰਸ਼ਨ ਦੇਣ। ਰਾਤ ਨੂੰ ਮੈਨੂੰ ਦਰਸ਼ਨ ਦਿੱਤੇ ਗੁਰੂ ਨਾਨਕ ਦੇਵ ਜੀ ਨੇ। ਪਰਮ ਅਰਥ ਜਪ ਜੀ ਕੋ ਹੋਏ। ਨਾਲ ਹੀ ਮੈਂ ਬੇਨਤੀ ਕੀਤੀ ਆਪਣੀ ਭਾਸ਼ਾ ਸੰਸਕ੍ਰਿਤ ਵਿੱਚ। ਉਹਨਾਂ ਨੇ ਜਪਜੀ ਸਾਹਿਬ ਦੇ ਮੈਨੂੰ ਅਰਥ ਸੁਣਾਏ ਗੁਰੂ ਨਾਨਕ ਦੇਵ ਜੀ ਨੇ। ਮੈਂ ਵੀ ਸੁਨਿਓ ਸੁਨਾਵੋ ਸੋਏ। ਜੋ ਮੈਂ ਸੁਪਨੇ 'ਚ ਸੁਣੇ ਸੀ ਨਾ, 10ਵੇਂ ਪਾਤਸ਼ਾਹ ਨੂੰ ਬਿਰਜ ਲਾਲ ਕਹਿੰਦਾ, ਉਹ ਮੈਂ ਤੁਹਾਨੂੰ ਸੁਣਾਵਾਂਗਾ। ਕਰਿਓ ਸ਼ਲੋਕ ਸੁਨਾਵਨ ਚਾਹੋ। ਮਹਾਰਾਜ ਜਿਹੜਾ ਮੈਂ ਬੇਨਤੀ ਕੀਤੀ ਸੀ ਨਾ ਸ਼ਲੋਕ ਸੰਸਕ੍ਰਿਤ 'ਚ ਬੋਲ ਕੇ ਮਹਾਰਾਜ ਨੂੰ, ਉਹ ਸ਼ਲੋਕ ਵੀ ਤੁਹਾਨੂੰ ਸੁਣਾਉਣਾ ਚਾਹੁੰਦਾ। ਤੈਂ ਤੇ ਸੁਨ ਜੇਤਕ ਮੈਂ ਲਹੂ। ਜੋ ਮਹਾਰਾਜ ਸਤਿਗੁਰੂ ਜੀ ਤੋਂ ਸੁਣਿਆ ਮੈਂ ਉਪਦੇਸ਼ ਜਪਜੀ ਸਾਹਿਬ ਦਾ ਮਹਾਤਮ, ਉਹ ਵੀ ਤੁਹਾਨੂੰ ਦੱਸਾਂਗਾ ਦੀਵਾਨ ਵਿੱਚ। ਸਤਿਗੁਰ ਤਬੈ ਉਚਾਰਨ ਕੀਨੋ। ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਕਿਹਾ, ਗੁਰ ਘਰ ਕੋ ਪੰਡਤ ਮਤ ਪੀਨੋ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਬਿਰਜ ਲਾਲ ਤੂੰ ਗੁਰੂ ਘਰ ਦਾ ਪੰਡਤ ਹੈ, ਬੜੀ ਤੀਕਸ਼ਣ ਬੁੱਧੀ ਵਾਲਾ ਹੈ। ਗੁਰ ਮਹਿ ਤੋ ਪ੍ਰਤੀਤ ਹੈ ਭਾਰੀ। ਸਾਨੂੰ ਭਾਈ ਪਤਾ ਹੈ ਕਿ ਗੁਰੂ ਸਾਹਿਬ ਦੇ ਚਰਨਾਂ ਤੇ ਤੈਨੂੰ ਭਰੋਸਾ ਹੈ। ਸੁਨਿਓ ਜਥਾ ਅਬ ਕਰੋ ਉਚਾਰੀ। ਚੰਗਾ ਤੂੰ ਸੁਪਨੇ 'ਚ ਜਿਵੇਂ ਗੁਰੂ ਨਾਨਕ ਦੇਵ ਜੀ ਤੋਂ ਸੁਣਿਆ ਹੈ ਨਾ ਜਪਜੀ ਸਾਹਿਬ ਦਾ ਮਹਾਤਮ, ਉਹ ਸਾਨੂੰ ਦੀਵਾਨ 'ਚ ਸੁਣਾ, ਨਾਲੇ ਸਾਰਾ ਖਾਲਸਾ ਸੁਣੇ। ਸੁਨ ਕਲਗੀ ਧਰਤੇ ਦੇ ਜਬਰ ਤਬ। ਇਹ ਬਿਰਜ ਲਾਲ ਪੰਡਤ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਹੁਕਮ ਸੁਣ ਕੇ ਕਰਿਓ ਸੁਨਾਵਨ ਆਸ਼ੈ ਨਿਜ ਸਭ। ਚੰਗਾ ਆਪਣਾ ਜਿਹੜਾ ਅੰਦਰ ਦਾ ਆਸ਼ਾ ਸਿਧਾਂਤ ਸੀ, ਆਪਣੇ ਮਨ ਦੀ ਭਾਵਨਾ ਨਾਲ ਉਹ ਸੁਣਾਉਣਾ ਕੀਤਾ। ਹਰ ਸ਼ਤਰੂਨ ਮਮ ਗ੍ਰਹਿ। ਸਤ ਸੰਗਤ ਜੀ ਉਹ ਦੱਸਦਾ, ਹਰ ਸ਼ਤਰੂਨ ਮਮ ਗ੍ਰਹਿ ਦਿਵ ਰਾਤਰੋ ਹੈ ਦੁਖ ਦਾਨੈ। ਤਰਾਹੇ ਮਾਂ ਦਰਸੇ ਗੁਰੂ ਸੁਪਨ ਸ਼ਲੋਕ ਉਕਤਾਵਾਨ ਹੈ। ਇਹ ਸ਼ਲੋਕ ਸਤ ਸੰਗਤ ਜੀ ਉਸਨੇ ਉਚਾਰਿਆ। ਹੇ ਗੁਰੂ ਨਾਨਕ ਦੇਵ ਸਾਹਿਬ ਜੀ, ਰਾਤ ਦਿਨ ਮੈਨੂੰ ਮੇਰੇ ਘਰ ਵਿੱਚ ਬੜੇ ਹੋਏ ਦੁੱਖ ਰੂਪ ਕਾਮ ਕਰੋ ਦੁਖੀ ਕਰਦੇ ਨੇ। ਮੈਂ ਤੁਹਾਡੀ ਸ਼ਰਨ ਆਇਆ ਹਾਂ, ਮੇਰੀ ਰੱਖਿਆ ਕਰੋ, ਮੈਨੂੰ ਦਰਸ਼ਨ ਦਿਓ। ਦਰਸ਼ਨ ਦਿਓ, ਨਾਲੇ ਇਹਨਾਂ ਤੋਂ ਮੇਰੀ ਰੱਖਿਆ ਕਰੋ। ਇੱਕ ਸ਼ਲੋਕ ਦਾ ਸਿਧਾਂਤ ਇਹ ਹੈ। ਮੈਂ ਬਾਰ-ਬਾਰ ਇਹੀ ਸ਼ਲੋਕ ਪੜ੍ਹਦਾ ਸੀ ਸੁਪਨੇ ਵਿੱਚ। ਜਦੋਂ ਮਹਾਰਾਜ ਦੇ ਦਰਸ਼ਨ ਹੋਏ, ਕਹਿੰਦਾ ਮੈਨੂੰ ਜਿਸ ਵੇਲੇ ਦਰਸ਼ਨ ਹੋਏ, ਜਿਵੇਂ ਸਤਿਗੁਰੂ ਜੀ ਨੇ ਮਹਾਤਮ ਜਪਜੀ ਸਾਹਿਬ ਦਾ ਦੱਸਿਆ ਮੈਨੂੰ ਸਿੱਖਿਆ ਦੇਣ ਵੇਲੇ, ਉਹ ਮੈਂ ਦੱਸਾਂਗਾ। ਇਮ ਪੜਿਓ ਪੰਡਤ ਬਿਰਜ ਲਾਲ। ਇਉਂ ਜਦੋਂ ਪੰਡਤ ਬਿਰਜ ਲਾਲ ਨੇ ਦੱਸਿਆ ਕਿ ਇਹ ਸ਼ਲੋਕ ਦੁਆਰਾ ਮੈਂ ਬੇਨਤੀਆਂ ਕੀਤੀਆਂ, ਪੁਨ ਬੋਲਿਓ ਸੰਗਤ ਕੇ ਨਾਲ। ਫਿਰ ਸੰਗਤ ਨੂੰ ਬੋਲਿਆ ਸੰਬੋਧਨ ਕਰਕੇ, ਸ਼੍ਰੀ ਨਾਨਕ ਗੁਰ ਅਰਜਨ ਜੋ। ਹੇ ਗੁਰਸਿੱਖੋ, ਉਸ ਵੇਲੇ ਬਿਰਜ ਲਾਲ ਪੰਡਤ ਕਹਿੰਦਾ, ਕਲਗੀਧਰ ਪਾਤਸ਼ਾਹ ਦੀਵਾਨ ਸਜਿਆ ਹੋਇਆ ਦੱਸ ਰਿਹਾ ਬਿਰਜ ਲਾਲ ਪੰਡਤ, ਗੁਰੂ ਨਾਨਕ ਦੇਵ ਜੀ ਇਕੱਲੇ ਨਹੀਂ, ਜਦ ਨੂੰ ਦੂਸਰਾ ਸਰੂਪ ਗੁਰੂ ਅਰਜਨ ਦੇਵ ਜੀ ਦਾ ਵੀ ਦਰਸ਼ਨ ਦੇਣ ਲੱਗ ਗਏ। ਸਵਪਨ ਵਿਖੇ ਦਰਸੇ ਤਬ ਦੋ। ਦੋਨੋਂ ਸਰੂਪਾਂ ਦੇ ਦਰਸ਼ਨ ਹੋਏ ਮੈਨੂੰ ਸੁਪਨੇ ਵਿੱਚ। ਕਹਾਂ ਸੁਨਿਓ ਸੋ ਕਰੋ ਸੁਨਾਵਨ। ਜੋ ਮੈਂ ਉਸ ਵੇਲੇ ਸੁਣਿਆ ਮਹਾਤਮ ਜਪਜੀ ਸਾਹਿਬ ਦਾ, ਹੇ ਖਾਲਸਾ ਜੀ ਮੈਂ ਸੁਣਾਉਣਾ। ਪੰਡਤ ਕਹਿੰਦਾ, ਸੁਨੋ ਭਲੇ ਸ਼ੁਭ ਚਰਚਾ ਪਾਵਨ। ਇਹ ਜਿਹੜੀ ਵਿਚਾਰ ਹੈ ਸ਼ਾਂਤਮਈ, ਮਨ ਨੂੰ ਸ਼ਾਂਤੀ ਦੇਣ ਵਾਲੀ ਭਰੀ ਪ੍ਰਕਾਰ ਸੁਣੋ। ਮਹਿਮਾ ਗੁਰ ਬਚਿਆਰ ਗੁਰ ਕੇਰੀ। ਔਰ ਗੁਰੂ ਸਾਹਿਬ ਦੀ ਮਹਿਮਾ, ਔਰ ਗੁਰੂ ਸਾਹਿਬ ਦੇ ਬਚਨਾਂ ਦੀ, ਸ਼ਬਦਾਂ ਦੀ ਜਿਹੜੀ ਗੁਰਬਾਣੀ ਦੀ ਮਹਿਮਾ ਹੈ। ਕਹੈ ਕੌਣ ਜੋ ਬਢੋ ਬਡੇਰੀ। ਵੱਡੀ ਤੋਂ ਵੱਡੀ ਹੈ, ਕੌਣ ਹੈ ਸ਼ਕਤੀਸ਼ਾਲੀ ਵਿਅਕਤੀ ਕੋਈ ਜਿਹੜਾ ਕਹਿ ਸਕੇ, ਕਹੀ ਨਹੀਂ ਜਾਂਦੀ। ਸੁਨ ਕੈ ਸੰਗਤ ਬੋਰ ਸੁਨਾਇਓ। ਇਹਨ ਸਤ ਸੰਗਤ ਜੀ ਸੁਣ ਕੇ ਸੰਗਤ ਦੀ ਬੇਨਤੀ ਫੇਰ ਲੱਗਾ ਸੁਣਾਉਣ। ਸੁਪਨੇ ਮੈਂ ਸ਼ਲੋਕ ਲਿਖ ਆਇਓ। ਸਿੱਖ ਆਇਓ, ਸੁਪਨੇ ਮੈਂ ਸ਼ਲੋਕ ਸਿੱਖ ਆਇਓ। ਸੁਪਨੇ ਦੇ ਵਿੱਚ ਜਿਹੜਾ ਸ਼ਲੋਕ ਇਸ ਨੇ ਸੰਸਕ੍ਰਿਤ ਚ ਗੁਰੂ ਸਾਹਿਬ ਤੋਂ ਸਿੱਖਿਆ ਨਾ, ਗੁਰੂ ਨਾਨਕ ਦੇਵ ਜੀ ਤੋਂ ਜਪਜੀ ਸਾਹਿਬ ਦਾ ਮਹਾਤਮ,
ਉਹ ਇਸ ਨੇ ਸਤਸੰਗ ਜੀ ਉਸ ਵੇਲੇ ਉਚਾਰਿਆ। ਭਾਵ ਅਰਥ ਇਸ ਕੋ ਸਮਝਾਓ। ਇਧਰ ਕਲਗੀਧਰ ਪਾਤਸ਼ਾਹ ਦੇ ਪਾਸ ਸਿੰਘ ਤਾਂ ਸਮਝ ਨਹੀਂ ਸਕੇ ਸੰਸਕ੍ਰਿਤ ਨੂੰ, ਇਹਨੇ ਸੰਸਕ੍ਰਿਤ ਦਾ ਸ਼ਲੋਕ ਉਚਾਰਤਾ ਖਾਲਸਾ ਜੀ। ਇਹ ਕਹਿੰਦਾ ਮਹਾਰਾਜ ਦਸਵੇਂ ਪਾਤਸ਼ਾਹ ਸਭ ਜਾਣਦੇ ਨੇ, ਮੋਕਸ਼ੇ ਚ ਪ੍ਰਾਣ ਗੁਣ ਦਰਬੈ ਲਾਭੇ, ਧਰਮੇ ਬਿਰਕਤੋ ਸੁਰ ਸੇਵਨੇ ਵਾ। ਐਸੇ ਸਤਸੰਗੀ ਸ਼ਲੋਕ ਉਚਾਰਿਆ ਇਸ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਮੈਨੂੰ ਕਿਹਾ ਕਿ ਹੇ ਪੰਡਤ, ਹੇ ਪ੍ਰੇਮੀਆਂ, ਜਪਜੀ ਸਾਹਿਬ ਦਾ ਬੜਾ ਭਾਰੀ ਮਹਾਤਮ ਹੈ। ਜੇ ਕਿਸੇ ਨੂੰ ਮੁਕਤੀ ਦੀ ਇੱਛਾ ਹੈ ਤਾਂ ਵੀ ਜਪਜੀ ਸਾਹਿਬ ਪੜ੍ਹੇ, ਜੇ ਕਿਸੇ ਨੇ ਪ੍ਰਾਣਾਂ ਦੀ ਰੱਖਿਆ ਚਾਹੁੰਦਾ ਫਿਰ ਵੀ ਪੜ੍ਹੇ, ਜੇ ਕਿਸੇ ਨੇ ਗੁਣ ਜਾਂ ਧਨ ਨੂੰ ਇਕੱਠਾ ਕਰਨਾ, ਲਾਭ ਲੈਣਾ, ਕਿਸੇ ਨੇ ਧਰਮ ਨੂੰ ਪੱਕੇ ਰੱਖਣਾ ਆਪਣੇ ਔਰ ਬਰਕਤ ਬਣਨਾ ਹੈ, ਔਰ ਆਪਣੇ ਦੇਵ ਇਸ਼ਟ ਦੀ ਕੋਈ ਪੂਜਾ ਕਰਨੀ ਹੈ, ਆਪਣੀ ਗ੍ਰਸਤੀ ਨੇ ਮਨ ਵਿੱਚ ਇੱਛਾ ਯੁਵਾ ਅਵਸਥਾ ਹੈ ਕਿ ਮੇਰਾ ਉਸ ਲੜਕੀ ਨਾਲ ਸੰਬੰਧ ਹੋਵੇ ਜਿਹੜੀ ਮੇਰੀ ਪਤਨੀ ਲਾਇਕ ਬਣੇ, ਸਾਰੀ ਜ਼ਿੰਦਗੀ ਦਾ ਕਲੇਸ਼ ਨਾ ਮੇਰੇ ਗਲ ਪੈ ਜੇ, ਉਹ ਵੀ ਜਪਜੀ ਸਾਹਿਬ ਦਾ ਓਟ ਲਵੇ, ਪਾਠ ਕਰੇ। ਇਸ ਤਰ੍ਹਾਂ ਪੁੱਤਰ ਲਾਇਕ ਜੰਮਣ ਵਾਸਤੇ, ਇਸ ਤਰ੍ਹਾਂ ਕਿਤੇ ਜਾਣਾ ਹੋਵੇ, ਕੋਈ ਬਸ ਆਪਣਾ ਸੁਭਾਅ ਸਤਸੰਗੀ ਪਲਟਾਉਣਾ ਹੋਵੇ, ਕਈਆਂ ਦਾ ਸੁਭਾਅ ਅੜਬ ਹੁੰਦਾ, ਥਾਂ ਥਾਂ ਤੇ ਚਿੱਤਰ ਖਾਂਦਾ, ਉਹ ਵੀ ਜਪਜੀ ਸਾਹਿਬ ਪੜ੍ਹਨ ਲੱਗ ਜੇ ਉਹਦਾ ਸੁਭਾਅ ਵੀ ਬਦਲ ਜਾਂਦਾ। ਮਹਾਰਾਜ ਕਹਿੰਦੇ ਜਪਜੀ ਸਾਹਿਬ ਦਾ ਮਹਾਤਮ ਹੈ। ਆਪਣੇ ਦੁਸ਼ਮਣ ਨੂੰ ਪ੍ਰਸੰਨ ਕਰਨਾ ਹੋਵੇ, ਮਨ ਨੂੰ ਰੋਕਣਾ ਹੋਵੇ, ਸ਼ਾਸਤਰ ਲੈ ਕੇ ਯੁੱਧ ਵਿੱਚ ਸਤਸੰਗ ਜੀ ਤਿਆਰ ਬਰਤਿਆਰ ਹੋਣਾ ਹੋਵੇ, ਰਾਜਨੀਤੀ ਦੇ ਭੇਤ ਨੂੰ ਜਾਣਨਾ ਹੋਵੇ, ਦਾਨ ਕਰਨਾ ਹੋਵੇ, ਗੁਣਾਂ ਦੀ ਖਾਣੀ ਸਤਸੰਗ ਜੀ ਆਪਣੇ ਗੁਣਾਂ ਵਿੱਚ ਭਰਪੂਰ ਹੋਣਾ ਹੋਵੇ, ਇੰਨੇ ਸਤਸੰਗ ਜੀ ਜੇ ਪ੍ਰਯੋਜਨ ਹੋਣ, ਕੋਈ ਮਤਲਬ ਇੱਛਾ ਹੋਵੇ। ਮੈਂ ਅਖੀਰ ਤੇ ਕਿਹਾ ਹੈ ਕੁਰਿਆਦ ਸਤਨਾਮ ਬਾਣੀ ਓੰਕਾਰ ਮਦੇ ਕਲ ਸੰਧਾਨੈ, ਕਿ ਜਿਹੜੀ ਬਾਣੀ ਦੇ ਇੱਕ ਸਤਨਾਮ ਕਰਤਾ ਪੁਰਖ ਦੇ ਮੂਹਰੇ ਓੰਕਾਰ ਲੱਗਿਆ ਹੋਇਆ ਹੈ ਨਾ, ਇੱਕ ਓੰਕਾਰ, ਉਹਦਾ ਪ੍ਰਯੋਗ ਕਰੇ। ਇਹ ਮੈਨੂੰ ਸੁਪਨੇ 'ਚ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ, ਮਹਾਤਮ ਜਨਾਇਆ ਜਪਜੀ ਸਾਹਿਬ ਦਾ, ਕਿ ਮੂਲ ਮੰਤਰ ਐਡਾ ਵੱਡਾ ਮਹਾਤਮ ਵਾਲਾ ਹੈ, ਜਿਹੜਾ ਇਸ ਨੂੰ ਪੜ੍ਹੇਗਾ, ਆ ਜਿੰਨੀਆਂ ਕਾਮਨਾ ਦਸੀਆਂ ਨੇ ਨਾ, ਇਹ ਸਾਰਿਆਂ ਦੇ ਹਿਰਦੇ 'ਚ ਹੀ ਹੁੰਦੀਆਂ ਹਨ, ਇਹ ਸਾਰੀਆਂ ਹੀ ਉਹਦੀਆਂ ਕਾਮਨਾ ਪੂਰੀਆਂ ਹੋਣਗੀਆਂ। ਇਹ ਸਤਸੰਗੀ ਬਿਰਜ ਲਾਲ ਨੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਜਦੋਂ ਕਿਹਾ, ਸਾਰੇ ਸਿੱਖਾਂ ਨੇ ਫਿਰ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਅੱਗੇ, ਮਹਾਰਾਜ ਜੀ ਪੰਡਤ ਦੀ ਸੰਸਕ੍ਰਿਤ ਤੁਸੀਂ ਸਮਝੇ ਨਹੀਂ, ਤੁਸੀਂ ਕਿਰਪਾ ਕਰਕੇ ਨਖੇਰ ਕੇ ਦੱਸੋ ਜਪਜੀ ਸਾਹਿਬ ਦਾ ਮਹਾਤਮ। ਸੁਨ ਕੈ ਸੰਗਤ ਬੋਰ ਸੁਨਾਇਓ। ਸੁਣ ਕਰਕੇ ਪਿੱਛੇ ਹੋ ਗਈਆਂ ਇਹ ਪੰਕਤੀ, ਇੱਥੇ ਚੱਲੋ। ਭਾਵ ਅਰਥ ਇਸ ਕੋ ਸਮਝਾਵੋ। ਸਿੰਘਾਂ ਨੇ ਕਿਹਾ ਮਹਾਰਾਜ ਇਹਦਾ ਭਾਵ ਅਰਥ ਸਮਝਾਓ। ਕੈ ਸ਼੍ਰੀ ਮੁਖ ਤੇ ਆਪ ਸੁਨਾਵੋ। ਸਾਨੂੰ ਮਹਾਰਾਜ ਤੁਹਾਡੇ ਬਚਨਾਂ ਤੇ ਭਰੋਸਾ ਹੈ। ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਮੁੱਖੋਂ ਤੁਸੀਂ ਸੁਣਾਵੋ। ਸੁਨ ਕਲਗੀਧਰ ਉਚਰਿਓ ਨੀਕੋ। ਚੰਗੀ ਤਰ੍ਹਾਂ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਬਾਣੀ ਉਚਾਰੀ। ਜਾਨੋ ਪਰਮ ਮੰਤਰ ਜਪਜੀ ਕੋ। ਇਹ ਖਾਲਸਾ ਜੀ ਜਾਣ ਲੋ, ਸਭ ਤੋਂ ਵੱਡਾ ਪਰਮ ਵੱਡਾ ਤੋਂ ਵੱਡਾ ਮੰਤਰ ਜਪਜੀ ਸਾਹਿਬ ਦਾ ਹੈ। ਅਹਿ ਮਾਨਸੀ ਪੰਚੀ ਅਸ਼ਰ। ਇਹ ਸਤਿ ਜੀ ਮਨੋ ਕਾਮਨਾ ਕਰਨ ਪੂਰੀਆਂ ਕਰਨ ਵਾਲੇ 5 ਅੱਖਰ ਹਨ। ਪਹਿਲਾਂ ਬਾਂਸ਼ ਦੇ ਸਿਮਰਿਓ ਜਿਨ ਰਿਤ ਧਰ। ਜਿਨ੍ਹਾਂ ਨੇ ਹਿਰਦੇ ਸ਼ਰਧਾ ਧਾਰ ਕੇ ਸਿਮਰਨ ਕੀਤਾ, ਉਹਦੀਆਂ ਸਭ ਕਾਮਨਾ ਪੂਰੀਆਂ ਹੁੰਦੀਆਂ। 5 ਅੱਖਰਾ ਜਾਪ ਖਾਲਸਾ ਜੀ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਹੈ। ਇਹ ਆਪ ਜੀ ਦੱਸ ਰਹੇ ਹਨ। ਇਹ 2 ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ। ਕੇਵਲ ਮੰਗਲਾਂ ਵਿੱਚੋਂ ਸਤ ਸੰਗਤ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ 523 ਵਾਰੀ ਹੈ। ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ 2 ਵਾਰੀ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇਹ ਸਤ ਸੰਗਤ ਜੀ 9 ਵਾਰੀ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਇਹ 33 ਵਾਰੀ ਹੈ। ਇਉਂ ਆਪ ਜੀ ਨੇ ਆਪਣੀ ਮੌਜ ਦੇ ਨਾਲ ਹੀ ਖਾਲਸਾ ਜੀ ਇਹ ਸਾਰੇ ਮੰਤਰ ਕਥਨ ਕੀਤੇ ਨੇ ਗੁਰਬਾਣੀ ਦੇ ਅੰਦਰ ਮੰਗਲ ਰੂਪ ਕਰਕੇ। ਸੋ ਆਪ ਜੀ ਦੱਸਦੇ ਹਨ ਕਿ ਇਹ ਜਿਹੜਾ 5 ਅੱਖਰਾ ਮੰਤਰ ਹੈ ਨਾ, ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦ ਮਗਰ ਲਾ ਹੀ ਦੇਣਾ ਹੈ। ਇਹ ਸਾਰੀਆਂ ਕਾਮਨਾਵਾਂ ਪੂਰੀਆਂ ਕਰਦਾ। ਤਿਸ ਕੋ ਅਰਥ ਕਰਿਓ ਗੁਰਦਿਆਲ। ਦਿਆਲੂ ਸਤਿਗੁਰਾਂ ਨੇ ਇਹਦਾ ਅਰਥ ਕਰਕੇ ਖਾਲਸੇ ਨੂੰ ਸੁਣਾਇਆ। ਹਿਤ ਸਿੱਖਨ ਕੇ ਕਰਨ ਨਿਹਾਲ। ਸਾਰੇ ਸਿੰਘਾਂ ਨੂੰ ਨਿਹਾਲ ਕਰਨ ਵਾਸਤੇ ਵਰਨ 25 ਅਜਪਾ ਜਪੈ। ਇਸੇ ਤਰ੍ਹਾਂ ਮਨ ਦੇ ਨਾਲ 25 ਅੱਖਰਾ ਜਾਪ ਜਪੇ।
ਸਹਿਪੰ ਗੁਰ ਪ੍ਰਸਾਦ ਤੱਕ। ਕੈ ਰਸਨਾ ਰਸਤੇ ਮਨ ਰਪੈ। ਜੇ ਮਨ ਨਾਲ ਨਹੀਂ ਜਪਣੇ ਤਾਂ ਫਿਰ ਰਸਨਾ ਨਾਲ ਵੀ ਉਚਾਰੇ ਤੇ ਮਨ ਨੂੰ ਪ੍ਰੇਮ ਚ ਭਿਉਂ ਲਵੇ। ਤਿਸ ਤੇ ਦੁਖਨ ਦੁਖ ਰੁਜ ਤੀਨ। ਮਹਾਰਾਜ ਕਹਿੰਦੇ ਭਾਈ ਉਹ ਇਹਨਾਂ ਮੰਤਰਾਂ ਦੇ ਨਾਲ ਜਪਣ ਅਭਿਆਸ ਕਰਨ ਨਾਲ ਜਿਹੜੇ ਤੁਹਾਡੇ ਦੋਸ਼ ਕੋਈ ਪਾਪ ਹਨ, ਇਸ ਤਰ੍ਹਾਂ ਦੁੱਖ ਨੇ ਸਰੀਰ ਦੇ, ਤਾਪ ਹਨ ਤਿੰਨ, ਉਹ ਵੀ ਲੈ ਜਾਂਦੇ ਨੇ। ਬਾਤ ਪਿਤ ਕਫ ਕਰਤਾਹੀਨ। ਕਿਉਂ ਸਰੀਰ ਦੇ ਅੰਦਰ ਸੱਚ ਆਦੀ ਵਿਆਦੀ ਉਪਾਦੀ ਜਿਹੜੇ ਤਿੰਨ ਤਾਪ ਨੇ ਨਾ, ਆਦੀ ਤਾਪ ਉਹ ਨੇ, ਵਿਦਵਾਨ ਇਹਨਾਂ ਨੂੰ ਕਹਿੰਦੇ ਅਧੀ ਭੂਤ, ਅਧੀ ਦੈਵ, ਅਧੀ ਆਤਮ। ਅਧੀ ਆਤਮ ਤਾਪ ਉਹ ਨੇ ਜਿਹੜੇ ਮਨ ਦੇ ਆਸਰੇ ਨੇ। ਐਵੇਂ ਦੂਜੇ ਨੂੰ ਦੇਖ ਕੇ ਮਨ ਨੇ ਸੜੀ ਜਾਣਾ, ਕਿਸੇ ਡਾਕਟਰ ਕੋਲੇ ਗੋਲੀ ਨਹੀਂ, ਸੱਚ ਸਮਝੀ ਇਹ ਦੁੱਖ ਦੀ, ਇਹ ਮਨ ਦੇ ਤਾਪ ਹਨ। ਦੂਸਰਿਆਂ ਦੇਖ ਕੇ ਪ੍ਰਤਾਪ ਨਾ ਸਹਾਰ ਸਕਣਾ, ਵਡਿਆਈ ਸਹਾਰ ਨਾ ਸਕਣੀ, ਮੇਰਾ ਦੇਖਿਆ ਹੋਇਆ ਉਹ, ਇਉਂ ਸਤ ਸੰਗਤ ਜੀ ਇਹ ਮਨ ਦੇ ਤਾਪ ਹੁਣ ਹੋਏ ਹੀ ਹਨਗੇ। ਪਰਮੇਸ਼ਰ ਦੀ ਪ੍ਰਸੰਨਤਾ ਨਹੀਂ ਉਹ ਆਦਮੀ ਲੈ ਸਕਦਾ। ਜੇ ਵਾਹਿਗੁਰੂ ਨੇ ਕਿਸੇ ਨੂੰ ਪਦਾਰਥ ਦਿੱਤਾ, ਭਾਈ ਆਪਾਂ ਕਾਹਨੂੰ ਸੜਦੇ ਆ, ਪਰਮੇਸ਼ਰ ਕਹਿੰਦਾ ਵੀ ਮੇਰੇ ਦਿੱਤੇ ਤੇ ਸੜਦਾ ਕਿਉਂ ਹੈ, ਉਹ ਸਮਾਂ ਤੇ ਪਾਪ ਦਾ ਫਲ ਲੈਂਦਾ ਹੈ। ਦੂਜੇ ਸਤ ਸੰਗਤ ਜੀ ਬਹਿ ਪਿਤ ਕਫ ਰੁਦਰ ਬਗਾੜ, ਖੂਨ ਵਿਗੜ ਜਾਣਾ, ਥੋੜੇ ਫਿੰਸੀਆਂ ਹੋ ਗਏ, ਬੈ ਵੱਧ ਗਈ, ਗਰਮੀ ਵੱਧ ਗਈ, ਬਲਗਮ ਹੋ ਗਈ, ਇਹ ਕਾਰਨ ਸਤ ਸੰਗਤ ਜੀ ਸਾਰੇ ਰੋਗਾਂ ਦੇ। ਇਹ ਡਾਕਟਰ ਸਤ ਸੰਗਤ ਜੀ ਉਹਨਾਂ ਦੇ ਇਲਾਜ ਕਰ ਦਿੰਦੇ, ਇਹ ਵੀ ਕਰਮਾਂ ਅਨੁਸਾਰ ਨੇ। ਅੱਗੇ ਖਰਚਾ ਜੀ ਭੂਤ ਪ੍ਰੀਤ ਪੀੜਾ ਹੋ ਜਾਣੀ, ਜਾਂ ਡਾਂਗ ਛੋਟਾ ਕਰ ਲਿਆ ਆਪਸ ਵਿੱਚ ਹੀ ਜ਼ਖਮੀ ਹੋ ਗਏ। ਇਹ ਤਿੰਨ ਤਾਪ ਸਤ ਸੰਗਤ ਜੀ ਸੰਸਾਰ ਨੂੰ ਹਰ ਵੇਲੇ ਰਹਿੰਦੇ ਹਨ। ਸੋ ਇਹਨਾਂ ਤੋਂ ਬਚਣ ਵਾਸਤੇ ਮਹਾਰਾਜ ਕਹਿੰਦੇ ਭਾਈ ਜਪਜੀ ਸਾਹਿਬ ਦਾ ਪਾਠ ਸਭ ਤੋਂ ਵੱਡਾ ਮੰਤਰ ਹੈ। ਮੁਕਤ ਜੁਗਤ ਉਦਮ ਪਦ ਪਾਵੈ। ਉੱਤਮ ਪਦ ਪਾਵੈ, ਉਹ ਸਾਡਾ ਸਿੱਖ ਉੱਤਮ ਪਦਵੀ ਨੂੰ ਪਾਵੇਗਾ। ਮੁਕਤੀ ਵੀ ਜੁਗਤੀ ਵੀ ਇਹਦੇ ਨਾਲ ਹੀ ਮਿਲਦੀ ਹੈ। ਜੇ ਕਿਸੇ ਨੇ ਮੁਕਤੀ ਲੈਣੀ ਹੈ, ਉਹ ਸਭ ਤੋਂ ਵੱਡੀ ਇਹੀ ਜੁਗਤੀ ਆ, ਜਪਜੀ ਸਾਹਿਬ ਦਾ ਅਭਿਆਸੀ ਬਣੇ। ਸੁਖੀ ਹੋਏ ਨਾ ਅਵਗਤ ਜਾਵੈ। ਉਹ ਸੁਖੀ ਹੋਵੇਗਾ, ਟੇਢੀ ਗਤੀ ਨੂੰ ਨਹੀਂ ਜਾਵੇਗਾ। ਜਪਜੀ ਸਾਹਿਬ ਦਾ ਅਭਿਆਸੀ ਆ ਜਿਹੜਾ। ਇਸੇ ਕਰਕੇ ਖਾਲਸਾ ਜੀ ਪੰਜ ਪਿਆਰੇ ਜਦੋਂ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ, ਸਿੱਖਿਆ ਦਿੰਦੇ ਨੇ ਭਾਈ ਜਿਹੜੇ ਪੰਜ ਬਾਣੀਆਂ ਹਨ, ਬ੍ਰਹਮ ਗਿਆਨ ਦੀ ਦਾਤੀ ਜਪਜੀ ਸਾਹਿਬ ਬਾਣੀ ਹੈ। ਜਾਪ ਸਾਹਿਬ ਸਤ ਸੰਜੀ ਨਿਰਾਕਾਰ ਵਿੱਚ ਆਪਾਂ ਨੂੰ ਲੀਨ ਕਰਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤੋਂ ਜੋਤੀ ਸੰਗ ਜੋਤ ਸਮਾਨਾ। ਨਿਰਾ ਵੈਬ ਜਿਹੜਾ ਸਤ ਸੰਗਤ ਜੀ ਦਾ ਅੰਗ ਪ੍ਰਤੰਗ ਕੋਈ ਨਹੀਂ ਹੈ, ਚੱਕਰ ਚਿਹਨ ਆਦਿ ਕੋਈ ਨਹੀਂ ਸਤ ਸੰਜੀ ਜਿਸਦਾ, ਨਾ ਰਾਗੰਗ ਨਾ ਰੰਗੰਗ ਨਾ ਰੂਪੰਗ ਨਾ ਰੇਖੰਗ। ਐਸਾ ਜੋ ਨਿਰਾਕਾਰ ਨਿਰਗੁਣ ਸਰੂਪ ਹੈ, ਉਹਦਾ ਅਸਤੋਤਰ ਹੈ ਸਾਰਾ ਹੀ। ਨਿਰਗੁਣ ਸਰੂਪ ਵਿੱਚ ਲੀਨ ਹੋਣ ਵਾਸਤੇ ਖਾਲਸਾ ਜੀ ਇਹਦਾ ਅਭਿਆਸ ਜਪਜੀ ਸਾਹਿਬ ਦਾ ਕਰੀਦਾ, ਜਾਪ ਸਾਹਿਬ ਦਾ ਕਰੀਦਾ ਹੈ। ਨਾਲ ਹੀ ਸਤ ਸੰਗਤ ਜੀ ਬਰਾਗ ਦੀ ਉਤਪਤੀ ਕਰਨ ਵਾਸਤੇ ਸਵਈਏ ਮਹਾਰਾਜ ਬਖਸ਼ਿਸ਼ ਕੀਤੀ ਹੈ। ਕਿੱਡੇ ਕਿੱਡੇ ਰਾਜ ਭਾਗ ਪ੍ਰਾਪਤ ਹੋ ਜਾਣ, ਉਹ ਵੀ ਭਾਈ ਨੰਗੇ ਪੈਰੀਂ ਤੁਰੇ ਜਾਂਦੇ ਹਨ। ਜਿਤਨੀ ਸੰਸਾਰ ਦੀ ਮਾਇਆ ਸਾਥ ਦੇਣ ਵਾਲੀ ਨਹੀਂ ਹੈ। ਬਰਾਗ ਨੂੰ ਪੈਦਾ ਕਰਨ ਵਾਸਤੇ ਖਾਲਸਾ ਜੀ ਸਵਈਏ ਹਨ ਤੀਜੇ ਨੰਬਰ ਤੇ ਬਾਣੀ। ਬਿਨ ਬੈਰਾਗ ਨਾ ਛੂਟ ਸਮਾਇਆ, ਬਿਨਾਂ ਬਰਾਗ ਤੋਂ ਮਾਇਆ ਦੀ ਖਿੱਚ ਨਹੀਂ ਛੁੱਟਦੀ। ਜਿੰਨਾ ਚਿਰ ਮਾਇਆ ਦੀ ਖਿੱਚ ਆ, ਉਹਨਾਂ ਚਿਰ ਸਤ ਸੰਗ ਜੀ ਨਾਮ ਪ੍ਰੇਮ ਦੇ ਨਾਲ ਜਪ ਨਹੀਂ ਸਕਦੇ, ਭਜਨ ਦੀ ਖਿੱਚ ਨਹੀਂ ਹੋ ਸਕਦੀ। ਨਾਲ ਹੀ ਸਤ ਸੰਗ ਚੌਥੀ ਬਾਣੀ ਜਪ ਚੌਪਈ ਹੈ, ਇਹ ਰੱਖਿਆ ਅਰਥੇ ਹੈ। ਸਤਿਗੁਰੂ ਜੀ ਹਰ ਤਰ੍ਹਾਂ ਕਰਕੇ ਆਪਣੇ ਸਿੱਖ ਦੀ ਰੱਖਿਆ ਕਰਦੇ ਨੇ। ਪੰਜਵੀਂ ਬਾਣੀ ਸਤ ਸੰਗ ਆਨੰਦ ਸਾਹਿਬ ਆ ਜਿਹੜੀ, ਇਹ ਜੀਵਨ ਮੁਕਤੀ ਦਾ ਆਨੰਦ ਮਾਣਨ ਵਾਸਤੇ ਹੈ। ਜਿਹੜਾ ਸਤ ਸੰਗ ਜੀ ਆਨੰਦ ਸਾਹਿਬ ਦੇ ਅਭਿਆਸੀ ਗੁਰਮੁਖ ਹਨ, 40-40 ਪਾਠ ਰੋਜ਼ ਆਨੰਦ ਸਾਹਿਬ ਦੇ ਕਰਦੇ ਕਈ ਬਹੁਤ ਸਾਰੇ ਗੁਰਮੁਖ। ਜੀਵਨ ਮੁਕਤ ਸੋ ਆਖੀਆ ਮਰ ਜੀਵੈ ਮਰੀਆ, ਉਹ ਜਿਉਂਦੇ ਹੀ ਮੁਕਤ ਨੇ ਖਾਲਸਾ ਜੀ। ਮਰਨ ਮੁਕਤ ਕਿਨ ਪਾਈ, ਮਰ ਕੇ ਖਵਨੀ ਮੁਕਤੀ ਮਿਲਣੀ ਆ, ਖਵਨੀ ਨਹੀਂ। ਉਹਨਾਂ ਗੁਰਮੁਖਾਂ ਤਾਂ ਭਾਈ ਜਿਉਂਦੇ ਹੀ ਮੁਕਤ ਨੇ, ਇੰਨੇ ਨਿਰਲੇਪ ਰਹਿੰਦੇ ਸੰਸਾਰ ਤੋਂ। ਇਹ ਪੰਜ ਬਾਣੀਆਂ ਦਾ ਮਹਾਤਮ ਹੈ। ਇਸ ਤਰ੍ਹਾਂ ਅੱਜ ਤਾਂ ਸਾਡੇ ਲੋਕ ਸਤ ਸੰਗ ਜੀ ਕੱਟਣ ਲੱਗ ਗਏ, ਕਹਿੰਦੇ ਨਹੀਂ ਤਿੰਨ ਹੀ ਬਥੇਰੀਆਂ ਨੇ, ਪੰਜ ਤਾਂ ਮਹਾਰਾਜ ਨੇ ਰਹਿ ਰਾਸਤੇ ਕੀਰਤਨਾਂ ਨਾਲ ਮਿਲਿਆ। ਐਸੀਆਂ ਰੇਚਾਂ ਕਰਦੇ ਖਾਲਸਾ ਜੀ, ਉਹਨਾਂ ਦੇ ਕਹੇ ਨਹੀਂ ਲੱਗਣਾ। ਸ਼ਾਮ ਦੀਆਂ ਦੋ ਬਾਣੀਆਂ ਹਨ, ਜਿਹਨੇ ਸਤ ਸੰਗਤ ਜੀ ਸੱਚਖੰਡ 'ਚ ਥਾਂ ਪ੍ਰਾਪਤ ਕਰਨੀ ਹੈ, ਉਹ ਰਹਿ ਰਾਸ ਤੋਂ ਕਦੇ ਨਾਗਾ ਨਾ ਪਾਵੇ। ਆਪਾਂ ਜਿਵੇਂ ਭਾਵਨਾ ਨਾਲ ਸੁਣਦੇ ਹਾਂ, ਇਸੇ ਤਰ੍ਹਾਂ ਸਤ ਸੰਗ ਜੀ ਕੀਰਤਨ ਸੋਹਲਾ ਹੈ। ਕੀ ਪਤਾ ਕਦੋਂ ਸਵਾਸ ਨਿਕਲ ਜਾਣੇ ਨੇ। ਜਿਹੜੇ ਪ੍ਰੇਮੀ ਨੇ ਸਤ ਸੰਗਤ ਜੀ ਰੋਜ਼ ਸੁਖਣੀ ਕੀਰਤਨ ਸੋਹਲਾ ਪੜ੍ਹ ਕੇ ਸਤ ਸੰਗ ਜੀ ਪੈਣਾ,
ਇੱਕ ਤਾਂ ਘਰ ਨੂੰ ਚੋਰ ਨਹੀਂ ਲੱਗਦੇ, ਨਾ ਹੀ ਸਾਧ ਸੰਗੀ ਕੋਈ ਡਰ ਆਉਂਦਾ ਕਹਿੰਦਾ ਮੈਨੂੰ ਤਾਂ ਰਾਤ ਨੂੰ ਡਰ ਲਾ ਕੇ ਉੱਠਦਾ ਮੈਂ। ਇਹ ਸਭ ਵਿਘਨ ਚੱਕੇ ਜਾਂਦੇ। ਜੇ ਸੁੱਤੇ ਪਏ ਦੀ ਕਿਤੇ ਮੌਤ ਦਾ ਸਮਾਂ ਆ ਜਾਵੇ, ਜਮ ਨਹੀਂ ਨੇੜੇ ਆਉਂਦੇ, ਜਿਹਦਾ ਕੀਰਤਨ ਥੋੜਾ ਪੜਿਆ ਹੋਇਆ। ਐਡਾ ਵੱਡਾ ਮਹਾਤਮ ਖਾਲਸਾ ਜੀ ਇਹਨਾਂ ਬਾਣੀਆਂ ਦਾ ਹੈ। ਸੋ ਸਤਿਗੁਰੂ ਜੀ ਦੇ ਚਰਨਾਂ 'ਚ ਪ੍ਰੀਤੀ ਹੋਵੇ ਔਰ ਨੇਚਾ ਵੀ ਹੋਵੇ ਤਾਂ ਫਲ ਮਿਲਦਾ ਹੈ। ਆਪ ਜੀ ਦੱਸਦੇ ਹਨ, ਸੁਖੀ ਹੋਏ ਨਾ ਅਵਗਤ ਪਾਵੈ। ਮਹਾਰਾਜ ਕਹਿੰਦੇ ਭਾਈ ਉਹ ਸੁਖੀ ਹੋਵੇਗਾ ਜਪਜੀ ਸਾਹਿਬ ਦਾ ਨਿਤਨੇਮ ਦਾ ਅਭਿਆਸੀ, ਟੇਢੀ ਗਤੀ ਨੂੰ ਨਹੀਂ ਜਾਵੇਗਾ। ਜੇ ਭੋਜਨ ਪਰ ਕਰੇ ਉਚਾਰਨ, ਜੇ ਕਿਤੇ ਭੋਜਨ ਦੇ ਉੱਤੇ ਪੜ੍ਹ ਦੇਵੇ ਜਪਜੀ ਸਾਹਿਬ ਦਾ ਮੰਤਰ, ਵਧੈ ਰਿਧ ਹੋਏ ਅੰਨ ਵਿਕਾਰਨਾ। ਉਹ ਰਿੱਧਿਆ ਹੋਇਆ ਅੰਨ ਸਤ ਸੰਗੀ ਵੱਧ ਜਾਂਦਾ, ਉਹ ਮੁੱਕਦਾ ਨਹੀਂ ਹੈ, ਬਰਕਤ ਬਖਸ਼ ਦਿੰਦੇ ਮਹਾਰਾਜ। ਇਸੇ ਤਰ੍ਹਾਂ ਸਤ ਸੰਗਤ ਜੀ ਭਾਈ ਭਗਤੂ ਜੀ 7ਵੇਂ ਪਾਤਸ਼ਾਹ ਵੇਲੇ ਖੇਤੀ ਕਰਾਇਆ ਕਰਦੇ, ਟੋਕਰਾ ਭਰਿਆ ਹੋਇਆ ਰੋਟੀਆਂ ਦਾ ਲਈ ਜਾ ਰਹੇ ਨੇ ਬਾਹਰ। ਖੇਤੀ ਜਿੱਥੇ ਸੇ ਕਰਦੇ ਸੀ ਵੱਢਦੇ ਸਨ ਹਾੜੀ, ਫੌਜ ਦਾ ਦਸਤਾ ਜਾ ਰਿਹਾ ਸੀ ਲਾਹੌਰ ਤੋਂ ਦਿੱਲੀ ਨੂੰ। ਕਹਿੰਦੇ ਵੀ ਆ ਜਾਂਦਾ ਕੋਈ ਟੋਕਰੇ ਵਾਲਾ, ਭੁੱਖ ਲੱਗੀ ਹੈ, ਇਹਦੀਆਂ ਰੋਟੀਆਂ ਖੋਹ ਲਓ। ਭਾਈ ਭਗਤੂ ਕਹਿੰਦਾ ਭਾਈ ਜੇ ਤਾਂ ਤੁਸੀਂ ਖੋਹਣੀਆਂ ਤਾਂ ਤੁਸੀਂ ਭੁੱਖੇ ਹੀ ਰਹੋਗੇ, ਰੱਜਣਾ ਨਹੀਂ। ਜੇ ਤੁਸੀਂ ਰੱਜਣਾ ਤਾਂ ਬਹਿ ਜਾਓ ਪੰਗਤ ਲਾ ਕੇ, ਜੇ ਮੈਂ ਨਾ ਦੇਵਾਂ ਤਾਂ ਖੋਹੋ ਤੁਸੀਂ। ਸਾਰੀ ਫੌਜ ਨੂੰ ਖਾਲਸਾ ਜੀ ਪਰਦਾ ਕਰ ਦਿਆ ਉੱਤੇ ਉਹਦੇ ਟੋਕਰੇ ਦੇ, ਸਾਰੀ ਫੌਜ ਰਜਾ ਕੇ ਰੱਖ ਦਿੱਤੀ। ਬਰਕਤ ਸੀ ਹੱਥ ਦੇ ਅੰਦਰ, ਨਾਲੇ ਜਾ ਕੇ ਵਾਢਿਆਂ ਨੂੰ ਵੀ ਸਤ ਸੰਗੀ ਭੋਜਨ ਛਕਾ ਦਿੱਤਾ। ਇਉਂ ਖਾਲਸਾ ਜੀ ਰਿੱਧੀ 5 ਰਨ ਪਕਾ ਲੈਣਾ, ਮੁੱਕਣ ਨਾ ਦੇਣਾ। ਬਾਬੇ ਭਾਗ ਸਿੰਘ ਜੀ ਮਹਾਂਪੁਰਖ ਹੋਏ ਸਤ ਸੰਗੀ ਛੱਟੇ ਟਿੱਬੇ ਵਾਲੇ, ਸੁਤੇ ਸਿੱਧ ਸਤ ਸੰਗੀ ਰਿੱਧੀ ਸਿੱਧੇ ਮਾਲਕ ਸੀ, ਮੁੱਕਣ ਨਹੀਂ ਸੀ ਦਿੰਦੇ ਭੰਡਾਰਾ। ਇਸ ਤਰ੍ਹਾਂ ਅਲੀ ਬੇਗ ਵਾਲੇ ਬਾਬਾ ਸੁੰਦਰ ਸਿੰਘ ਮਹਾਂਪੁਰਖ ਹੋਏ। ਬਹੁਤ ਸਾਰੇ ਸਾਧੂਆਂ ਦਾ ਕਿੰਨਾ ਕੁ ਦਾ ਨਾਂ ਲਈਏ। ਇਹ ਭਾਈ ਜਿਹੜੇ ਗੁਰਬਾਣੀ ਦੇ ਅਭਿਆਸੀ ਨੇ ਉਹਨਾਂ ਨੂੰ ਮਹਾਰਾਜ ਐਸੀਆਂ ਬਰਕਤਾਂ ਬਖਸ਼ ਦਿੰਦਾ ਹੈ। ਗੁਰੂ ਕਾ ਖਜ਼ਾਨਾ ਭਾਈ ਉਹ ਟੁੱਟ ਹੈ, ਕਿਉਂ ਮੁੱਕਣਾ ਖਾਲਸਾ ਜੀ ਇਸ ਨੇ। ਮੁੱਕ ਜਾਣਗੇ ਜਿਹੜੇ ਮਨਮਤੀਏ ਲੋਕ ਨੇ, ਵਿਰੋਧਤਾਈ ਕਰਨ ਵਾਲੇ ਮੁੱਕ ਜਾਣਗੇ, ਖਾਲਸਾ ਨਹੀਂ ਮੁੱਕੇਗਾ। ਖਾਲਸਾ ਜੀ ਨਾ ਖਾਲਸੇ ਦਾ ਭੰਡਾਰਾ ਮੁੱਕੇਗਾ। ਸੋ ਆਪ ਜੀ ਦੱਸਦੇ ਨੇ ਕਿ ਭਾਈ ਜਪਜੀ ਸਾਹਿਬ ਪੜ੍ਹ ਦੇਵੇ ਪ੍ਰੇਮੀ, ਉਹ ਰਿੱਧੀ ਵੱਧ ਜਾਂਦੀ ਹੈ। ਜੋ ਰਿੰਨਿਆ ਹੋਇਆ ਅੰਨ ਹੈ ਨਾਲ ਹੀ ਖਾਣ ਵਾਲੇ ਦੇ ਅੰਦਰ ਪਚੇਗਾ ਚੰਗੀ ਤਰ੍ਹਾਂ। ਕਈ ਵਾਰੀ ਆਪਾਂ ਖਾ ਲੈਂਦੇ ਆ, ਘਰ ਦੇ ਤਾਂ ਨਹੀਂ ਆਪਾਂ ਨੂੰ ਜ਼ਹਿਰ ਦਿੰਦੇ, ਕਹਿੰਦੇ ਰੋਟੀ ਦਾ ਖਾ ਬੈਠਾ ਮੇਰੇ ਤਾਂ ਦਰਦ ਹੋਣ ਲੱਗ ਗਿਆ। ਜਿਹਦੇ ਤੇ ਜਪਜੀ ਸਾਹਿਬ ਪੜਿਆ ਹੋਇਆ ਉਹ ਪਚੇਗਾ ਵੀ ਅੰਨ ਠੀਕ। ਸੁਖ ਸੋ ਪਚੇ ਨਾ ਰੁਜ ਉਪਜਾਵੇ, ਰੋਗ ਨਹੀਂ ਪੈਦਾ ਕਰੇਗਾ, ਸੁਖ ਨਾਲ ਪਚੇਗਾ ਅੰਨ। ਕਾਲ ਰਹਿਤ ਹੋਏ ਦੋਖ ਮਿਟਾਵੇ, ਅੰਤ ਦੇ ਸਮੇਂ ਸਤ ਸੰਗੀ ਕਾਲ ਤੋਂ ਵੀ ਰਹਿਤ ਹੋਵੇਗਾ, ਪਾਪਾਂ ਨੂੰ ਵੀ ਮੇਟਦਾ ਹੈ ਜਪਜੀ ਸਾਹਿਬ। ਦਰਬ ਲਾਭ ਮਹਿ ਧਰਮ ਮਜਾਰਾ, ਜੇ ਧਨ ਦਾ ਲਾਭ ਖੱਟਣਾ ਹੋਵੇ, ਇਸੇ ਤਰ੍ਹਾਂ ਧਰਮ ਦਾ ਆਪਣਾ ਰੱਖਿਆ ਕਰਨੀ। ਮਾਰਾ ਮੇਰਾ ਧਰਮ ਰਹਿ ਜੇ, ਫਿਰ ਵੀ ਜਪਜੀ ਸਾਹਿਬ ਦੇ ਪਾਠ ਦੀ ਓਟ ਲਵੇ। बीच उदासी के सुखकारा, ਇਸ ਤਰ੍ਹਾਂ ਉਦਾਸੀ ਬ੍ਰਖਤ ਬਰਾਗ ਧਾਰਨਾ ਹੋਵੇ, ਉਹਦੇ ਵੀ ਸੁਖਕਾਰੀ ਹੈ। स्त्री ब्याहन सो तुप जनते, ਕਿਸੇ ਨੇ ਗ੍ਰਸਤੀ ਬਣਨਾ ਹੈ, ਕੋਈ ਲਾਇਕ ਆਪਣੇ ਘਰ ਵਾਲੀ ਚਾਹੁੰਦਾ ਹੈ, ਜਾਂ ਪੁੱਤਰ ਦੀ ਇੱਛਾ ਮੇਰਾ ਪੁੱਤਰ ਲਾਇਕ ਹੋਵੇ, ਇਹ ਜਪਜੀ ਸਾਹਿਬ ਦੇ ਬਾਣੀ ਦਾ ਸਾਧਨ ਕਰੇ, ਉਹਨੂੰ ਉਹ ਸਫਲਾ ਹੋਵੇਗਾ। देश विदेशन को गमनंते, ਦੇਸਾਂ ਪ੍ਰਦੇਸਾਂ 'ਚ ਗਮਨ ਕਰਨਾ ਕਿਸੇ ਸਿੱਖ ਨੇ, ਇਹ ਬਾਣੀ ਦੀ ਓਟ ਲਵੇ। युद्ध चढ़न मह शत्र प्रहारन, ਵੈਰੀਆਂ ਨੂੰ ਮਾਰਨ ਵਾਸਤੇ, ਫਤਿਹ ਪਾਉਣ ਵਾਸਤੇ ਜੰਗ ਚੜਾਈ ਕਰਨੀ ਹੈ, ਬਾਣੀ ਪੜ੍ਹ ਕੇ ਅਰਦਾਸਾ ਸੋਧੇ। होन अरूडन बाजी बारन, ਹਾਥੀ ਤੇ ਘੋੜੇ ਤੇ ਕਿਸੇ ਸਵਾਰੀ ਤੇ ਸਵਾਰ ਹੋਣਾ, ਉਦੋਂ ਵੀ ਇਹ ਬਾਣੀ ਦੀ ਓਟ ਲੈਣੀ ਹੈ। सुर पूजन मह मोहन करन, ਜਦ ਸਤ ਸੰਗੀ ਲੋਕਾਂ ਨੂੰ ਮੋਹਤ ਕਰਨਾ, ਆਪਣੇ ਤੇ ਕਚਹਿਰੀ 'ਚ ਗਿਆ ਹੈ ਵੀ ਨਰਾਦਰ ਨਾ ਹੋਵੇ ਸਿੱਖ ਦਾ, ਕੀ ਰਿਹਾ ਖਾਲਸਾ ਜੇ ਕਚਹਿਰੀ ਜਾ ਕੇ ਸਿੱਖ ਦਾ ਨਰਾਦਰ ਹੋ ਜਾਵੇ, ਉਹ ਸਮਝੋ ਸਿੱਖ ਦਾ ਨਰਾਦਰ ਨਹੀਂ, ਉੱਥੇ ਗੁਰੂ ਦਾ ਨਰਾਦਰ ਹੈ। ਕਹਿਣਗੇ ਕਲਗੀਧਰ ਪਾਤਸ਼ਾਹ ਦਾ ਸਿੱਖ। ਇਸੇ ਤਰ੍ਹਾਂ ਖਾਲਸਾ ਜੀ ਇਹ ਜੇ ਰਾਜ ਦਰਬਾਰ ਦੇ ਅੰਦਰ ਕਿ ਬੇਇੱਜ਼ਤੀ ਨਾ ਹੋਵੇ, ਸਿੱਖ ਦੀ ਇੱਜ਼ਤ ਰਹਿ ਆਵੇ, ਇਹ ਬਾਣੀ ਦੀ ਓਟ ਲੈਣੀ ਹੈ। सिमरन कर है 25 बरन, ਇਹ ਸਤ ਸੰਗਤ ਜੀ 25 ਜਿਹੜਾ ਮੰਤਰ ਹੈ, ਜਿਹੜਾ ਮਹਾ ਮੰਤਰ,
ਇਹਦਾ ਸਿਮਰਨ ਕਰੇ ਸਿੱਖ। ਸਦਨ ਪ੍ਰਵੇਸ਼ਨ ਬਾਹਰ ਜਾਨ, ਘਰ ਨਵੇਂ ਚ ਪ੍ਰਵੇਸ਼ ਹੋਣਾ, ਕਿਤੇ ਬਾਹਰ ਜਾਣਾ ਹੈ। ਇਤਿਆਦਿਕ ਜੇ ਕਾਜ ਮਹਾਨ, ਇਤਿਆਦਿਕ ਗ੍ਰਸਥ ਵਿੱਚ ਬੜੇ ਕੰਮ ਹੁੰਦੇ ਆ। ਮਸਤਕ ਨਿਮਰ ਕਰਹਿ ਗੁਰ ਆਗੈ, ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕੇ ਭਾਵਨਾ ਨਾਲ ਅਰਦਾਸ ਕਰੇ। ਦ੍ਰਿੜ ਪ੍ਰਤੀਤ ਕਰ ਸਿਮਰਨ ਲਾਗੇ, ਐਨ ਪੂਰਾ ਭਰੋਸਾ ਧਾਰ ਕੇ ਇਹ ਸਿਮਰਨ ਵਿੱਚ ਜੁੜ ਜਾਵੇ। ਦੇ ਦਸਬੰਦ ਗੁਰੂ ਕੋ ਸਿੱਖ, ਨਾਲ ਹੀ ਦਿਖਾਵੇ ਦਾ ਸਿੱਖ ਨਾ ਹੋਵੇ। 10ਵਾਂ ਹਿੱਸਾ ਸਤ ਸੰਗ ਜੀ ਦੇਵੇ। ਕਹਿੰਦੇ ਜੱਟ ਕਹਿੰਦੇ ਗੰਨਾ ਨਹੀਂ ਦਿੰਦਾ, ਭੇਲੀ ਦਿੰਦਾ। ਇਸੇ ਤਰ੍ਹਾਂ ਦੰਡ ਤਾਂ ਭਰ ਲੈਨੇ ਆਪਾਂ, ਟੈਕਸ ਆ ਗਏ ਹੋਰ ਉਰਾ ਪਰਾ, ਡਾਕਟਰਾਂ ਦੇ ਵੀ ਗਏ ਖਰਚ ਬੇਅੰਤ। ਇੱਕ ਬੱਚਾ ਨਲਾਇਕ ਹੋ ਜਾਵੇ, ਸਾਰੀ ਪਿਓ ਦੀ ਕਮਾਈ ਕੀਤੀ ਸਾਰੀ ਕੂਝ ਪਾ ਦਿੰਦਾ ਹੈ। ਲੇਕਿਨ ਸੌਂਦ ਵੇਲੇ ਅਗਲਾ ਕਹਿੰਦਾ ਇੰਨਾ ਨਿਕਲਦਾ ਗੁਰੂ ਘਰ ਦਾ, ਮੈਂ ਕੀ ਕਰੂੰਗਾ, ਦੇਣ ਨੂੰ ਜੀ ਨਹੀਂ ਕਰਦਾ। ਇੱਕ ਸਿੰਘ ਸੀ ਤਿਆਰ ਬਰ ਤਿਆਰ, ਖਾਲਸਾ ਜੀ ਬਿਰਧ ਹੋ ਗਿਆ। ਸਾਰੀ ਜ਼ਿੰਦਗੀ ਲਾਹੌਰ ਵੀ ਉਹਨੇ ਨੌਕਰੀ ਕੀਤੀ, ਦਿੱਲੀ ਕੀਤੀ, ਮਾਸਟਰ ਲੱਗਿਆ ਰਿਹਾ, ਦਸੌਂਦ ਨਹੀਂ ਉਹਨੇ ਰੱਖਿਆ। ਜਿੱਦਣ ਚਲਿਆ ਗਿਆ ਅਫਰੀਕਾ ਤੋਂ ਇੱਥੇ ਇੰਗਲੈਂਡ ਆ ਗਿਆ, ਪੁੱਤ ਕਮਾਊ ਹੋ ਗਏ। ਮੈਂ ਕਿਹਾ ਭਾਈ ਸਾਹਿਬ ਹੁਣ? ਕਹਿੰਦਾ ਜੀ ਹੁਣ ਤਾਂ ਦਸੌਂਦ ਬਹੁਤਾ ਨਿਕਲਦਾ, ਹੁਣ ਤਾਂ ਨਹੀਂ ਕੱਢਣ ਨੂੰ ਜੀ ਕਰਦਾ। ਇੰਨੀ ਰਕਮ ਕਿਹੜਾ ਦੇਵੇ? ਜਦੋਂ 65 ਰੁਪਏ ਤਨਖਾਹ ਸੀ, 300 ਤਨਖਾਹ ਸੀ, ਉਦੋਂ ਤਾਂ ਦਿੰਦਾ ਰਿਹਾ। ਜਦ ਹਜ਼ਾਰਾਂ ਦੀ ਗਿਣਤੀ 'ਚ ਪੁੱਤ ਵੀ ਕਮਾਉਣ ਲੱਗ ਗਏ, ਖਜ਼ਾਨਾ ਉਹਦੇ ਕੋਲ ਹੀ ਆਵੇ, ਪਿੱਛੇ ਹਟ ਗਿਆ। ਜਿਉਂ-ਜਿਉਂ ਬਹੁਤੀ ਆ ਗਈ ਮਾਇਆ, ਸਤ ਸੰਗ ਜੀ ਧਰਮ ਤੋਂ ਪਿੱਛੇ ਹਟ ਗਿਆ ਨਾ। ਕੀ ਸਤ ਸੰਗ ਜੀ ਗੁਰੂ ਘਰ ਵਿੱਚ ਕਮੀ ਹੈ? ਗੋਬਿੰਦ ਭਾਉ ਭਗਤ ਦਾ ਭੁੱਖਾ ਗੁਰੂ ਸਾਹਿਬ ਭਾਈ ਗੁਰਸਿੱਖਾਂ ਨੂੰ ਧਰਮ 'ਚ ਦ੍ਰਿੜ ਲੋਚਦੇ ਹਨ। ਹੋਰ ਸਤਿਗੁਰੂ ਜੀ ਸਾਡੀ ਮਾਇਆ ਦੇ ਭੁੱਖੇ ਨਹੀਂ ਹਨ। ਆਪ ਜੀ ਦੀ ਆਗਿਆ ਹੈ ਕਿ ਦਸਵੰਧ ਸਿੱਖ ਦੇਵੇ। ਕਰਨ ਕਰਾ ਕਰੇ ਸੋ ਭਵਿੱਖ, ਪਹਿਲਾਂ ਜੇ ਕੋਈ ਕੰਮ ਕਰਨਾ, ਕੜਾਹ ਪ੍ਰਸ਼ਾਦ ਸੁੱਖੇ। ਮਹਾਰਾਜ ਮੈਂ ਕੜਾਹ ਪ੍ਰਸ਼ਾਦ ਕਰਾਵਾਂਗਾ, ਸੁਖਣਾ ਸੁੱਖੇ। ਦਾਨ ਦੇਨ ਲੈਣੇ ਮਹਿ ਪ੍ਰਾਹੇ, ਔਰ ਦਾਨ ਦੇਣਾ ਹੋਵੇ ਲੈਣਾ ਹੋਵੇ, ਫਿਰ ਵੀ ਇਹ ਗੁਰਮੰਤਰ ਦਾ ਜਾਪ ਜਪੇ। ਅਤ ਸੁਭਾਵ ਕੀ ਪਲਟਨ ਮਾਹੇ, ਜੇ ਸੁਭਾਵ ਅੜਬ ਹੈ ਫਿਰ ਵੀ ਉਹਨੂੰ ਬਦਲਣ ਵਾਸਤੇ ਬਾਣੀ ਦੀ ਓਟ ਲਵੇ। ਭੂਤ ਕੇ ਪ੍ਰੇਤ ਡਾਕਨੀ ਡੀਠ, ਜੇ ਭੂਤ ਪ੍ਰੇਤ ਸਤ ਸਮਝ ਕੇ ਡੈਣ ਦੀ ਨਿਗਾਹ ਚੜ ਗਿਆ, ਸਹਿਤ ਪ੍ਰਤੀਤ ਪਠੈ ਦਿੜ ਨੀਠ। ਐਨ ਪੱਕਾ ਹੋ ਕੇ ਸਤ ਸਮਝੀ ਭਰੋਸਾ ਧਾਰ ਕੇ ਜਾਪ ਜਪੇ, ਕਦੇ ਨਹੀਂ ਭੂਤ ਪ੍ਰੇਤ ਰਹੇਗਾ। ਸੁਪਨੇ ਮੈਂ ਸ਼੍ਰੀ ਅਰਜਨ ਕਹਿਓ, ਇਹੋ ਸਤ ਸੰਗਤ ਜੀ ਇਹ ਬਿਰਜ ਲਾਲ ਨੇ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਦੱਸਿਆ ਖਾਲਸੇ ਨੂੰ ਕਿ ਜੀ ਸੁਪਨੇ 'ਚ ਮੈਨੂੰ ਇਹ ਸਾਰਾ ਮਹਾਤਮ ਗੁਰੂ ਅਰਜਨ ਦੇਵ ਗੁਰੂ ਨਾਨਕ ਦੇਵ ਦੋਨਾਂ ਨੇ ਦਰਸ਼ਨ ਦਿੱਤੇ, ਨਾਲੇ ਮੈਨੂੰ ਇਹ ਸਿੱਖਿਆ ਦਿੱਤੀ। ਬਿਰਜ ਬਿਰਜ ਲਾਲ ਸੋ ਪੰਡਤ ਲਹਿਓ, ਇਹ ਜਿਵੇਂ ਪੰਡਤ ਬਿਰਜ ਲਾਲ ਨੇ ਗਿਆਨ ਪਾਇਆ ਉਹ ਦੱਸਿਆ। 10ਵੇਂ ਪਾਤਸ਼ਾਹ ਗੁਰ ਸਾਚੇ, ਇਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਵਾਏ ਸ਼੍ਰੀ ਬਚਨ ਉਬਾਚੇ। ਆਪ ਨੂੰ ਮਾਰਾ ਮੈਂ ਸੁਣਾਇਆ ਹੈ ਸਤਿਗੁਰੂ ਜੀ ਨੇ ਖਾਲਸਾ ਜੀ। ਉਹੀ ਪ੍ਰਸੰਗ ਫਿਰ ਉਸੇ ਤਰ੍ਹਾਂ ਕਵੀਆਂ ਨੂੰ, ਸਾਰੇ ਲਿਖਾਰੀਆਂ ਨੂੰ ਲਿਖਾਇਆ ਕਿ ਭਾਈ ਇਹ ਪ੍ਰਸੰਗ ਲਿਖਣ ਵਾਲਾ ਸਾਰੇ ਆਪੋ ਆਪਣੇ ਪੁਸਤਕਾਂ ਦੇ ਉੱਤੇ ਨੋਟ ਕਰ ਲਓ। ਆਪ ਜੀ ਕਵੀਆਂ ਦੀ ਸਭਾ ਸਜੀ ਹੋਈ ਹੈ, ਸਾਰਿਆਂ ਨੂੰ ਲਿਖਵਾਇਆ। ਆਗੇ ਲਾਗੇ ਲਿਖਣ ਲਖਾਰੀ, ਅੱਗੇ ਲਿਖਾਰੀ ਭਾਈ ਆਪੋ ਆਪਣੀ ਲਿਖਤ ਲਿਖਣ ਲੱਗ ਗਏ। ਜਿਮ ਮਹਿਮਾ ਬਿਦ ਬਹੁਤ ਸਾਹਿਤ ਉਚਾਰੀ, ਜਿਵੇਂ ਸਤ ਸੰਗ ਜੀ ਜਪਜੀ ਸਾਹਿਬ ਦੀ ਮਹਿਮਾ ਵਿਧੀ ਪੂਰਵਕ ਉਚਾਰਨਾ ਕੀਤੀ। ਸ੍ਰੀ ਗੁਰੂ ਅਰਜਨ ਬਚਨ ਜਬ, ਜਦੋਂ ਖਾਲਸਾ ਜੀ ਬੜੇ ਉਸਤਤੀ ਵਾਲੇ ਜਪਜੀ ਸਾਹਿਬ ਦੇ ਮਹਾਤਮ ਵਾਲੇ ਗੁਰੂ ਅਰਜਨ ਦੇਵ ਜੀ ਦੇ ਕੋਲੋਂ ਬਚਨ ਸੁਣੇ, ਸੁਨਿਓ ਸਿੱਖ ਸੁਖਦਾਏ। ਸਾਰੇ ਸਤ ਸੰਗ ਜੀ ਸਿੱਖਾਂ ਨੇ ਸੁਣਿਆ। ਜਿਹੜੇ ਸਿੱਖ 'ਚ ਪ੍ਰੇਤ ਆਇਆ ਹੋਇਆ ਸੀ ਨਾ ਧਰਮਸ਼ਾਲਾ 'ਚ, ਉਹਨੂੰ ਵੀ ਚੱਕ ਕੇ ਸਤ ਸੰਗ ਜੀ ਦੀਵਾਨ 'ਚ ਲਿਆ ਕੇ ਬਹਾ ਲਿਆ ਆਨੰਦ ਸਿੰਘ ਨੇ। ਉਹਨੇ ਵੀ ਸੁਣਿਆ। ਤਾਂ ਦਿਨ ਤੇ ਘਰ ਸੁਰ ਪੜੇ, ਉਸ ਦਿਨ ਤੋਂ ਖਾਲਸਾ ਜੀ ਉਹ ਸਿੱਖ ਨੇ ਪੜਨ ਕਰ ਲਿਆ। ਘਰ ਵੀ ਹਰ ਵੇਲੇ ਪੜਨਾ ਸ਼ੁਰੂ ਕਰ ਦਿੱਤਾ। ਜਦੋਂ ਕਿੱਥੇ ਵੀ ਬਾਹਰ ਵੀ ਜਾਵੇ ਜਪਜੀ ਸਾਹਿਬ ਦਾ ਅਭਿਆਸ ਸ਼ੁਰੂ ਕਰ ਦਿੱਤਾ। ਮਿਟਿਓ ਦੁੱਖ ਕੋ ਭਾਏ, ਉਹ ਜਿਹੜਾ ਦੁੱਖ ਸੀ ਨਾ ਭੂਤ ਪ੍ਰੇਤ ਉਹਦੇ ਅੰਦਰ ਆਉਂਦਾ ਸੀ, ਉਹ ਸਾਰਾ ਚਲਿਆ ਗਿਆ ਦੁੱਖ। ਅਬ ਸੁਣੀਏ ਇੱਕ ਜਪ ਪੜੈ, ਮਾਰੇ ਕਹਿੰਦੇ ਹੁਣ ਸੁਣੋ ਭਾਈ, ਜਿਹੜਾ ਇੱਕ ਜਪਜੀ ਸਾਹਿਬ ਦਾ ਪਾਠ ਕਰੇਗਾ ਸਤਿਗੁਰ ਸਿੱਖ ਕੇ ਸੰਗ, ਇਹ ਸਮਝ ਲਓ ਸਤਿਗੁਰੂ ਜੀ ਉਹਦੇ ਨਾਲ ਨਾਲ ਰਹਿਣਗੇ। ਸੋ ਖਾਲਸਾ ਜੀ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਉਹ ਕਰਤਾਰਪੁਰ ਸਾਹਿਬ ਸੀ। ਸ਼ਾਮ ਦਾ ਟਾਈਮ ਸਤ ਸੰਗਤ ਜੀ ਗੁਰੂ ਅੰਗਦ ਦੇਵ ਜੀ ਮੁੱਠੀ ਚਾਪੀ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਦੀ। ਕੀ ਦੇਖਦੇ ਆ?
ਖੂਨ ਕਿਉਂ ਨਾ ਹੱਥਾਂ ਨੂੰ ਲੱਗਣ ਲੱਗ ਗਿਆ, ਝੀਟਾਂ ਦੀਆਂ ਆ ਗਈਆਂ ਮਹਾਰਾਜ ਦੇ ਲੱਤਾਂ ਦੇ ਉੱਤੇ, ਗੁਰੂ ਨਾਨਕ ਦੇਵ ਜੀ ਦੇ। ਗੁਰੂ ਅੰਗਦ ਦੇਵ ਜੀ ਪਛਤਾਤਾਪ ਲੱਗੇ ਕਰਨ ਵੀ ਮੇਰਾ ਤਾਂ ਨਹੁੰ ਕੋਈ ਨਹੀਂ ਵੱਜਿਆ, ਕਾਰਨ ਕੀ ਆ ਗੁਰੂ ਸਾਹਿਬ ਦੇ ਖੂਨ ਸਿਮਦਾ। ਸਤਿਗੁਰੂ ਜੀ ਬੈਠ ਗਏ, ਗੁਰੂ ਨਾਨਕ ਦੇਵ ਜੀ ਕਹਿੰਦੇ ਮਹਾਰਾਜ ਕਿਰਪਾ ਕਰੋ, ਤੁਹਾਡੇ ਤਾਂ ਖੂਨ ਸਿਮਣ ਲੱਗ ਗਿਆ। ਕਹਿੰਦੇ ਭਾਈ ਕੀ ਦੱਸੀਏ, ਆ ਰਾਵੀ ਦੇ ਕਿਨਾਰੇ ਇਆੜੀ ਆ ਸਾਡਾ ਪ੍ਰੇਮੀ, ਕੀਰਤਨ ਸੋਹਲਾ ਰਾਤ ਨੂੰ ਪੜ੍ਹੀਦਾ, ਉਹ ਹੁਣ ਆਪਣੀ ਮਸਤੀ 'ਚ ਪੜ੍ਹੀ ਜਾਂਦਾ ਹੈ, ਨਾਲੇ ਬੱਕਰੀਆਂ ਚਾਰਦਾ, ਨਾਲੇ ਕੀਰਤਨ ਸੋਹਲਾ ਪੜ੍ਹਦਾ। ਉਹ ਜਿਹੜੀਆਂ ਝਾੜੀਆਂ 'ਚ ਤੁਰਿਆ ਫਿਰਦਾ, ਉਹ ਕੰਡੇ ਸਾਡੇ ਲੱਗਦੇ ਨੇ, ਕੰਡਿਆਂ ਉਹ ਮਸਤੀ 'ਚ ਪਰਵਾਹ ਨਹੀਂ ਕਰਦਾ ਝਾੜੀਆਂ ਦੀ। ਇਹ ਲੱਗਣੇ ਸੀ ਕੰਡੇ ਉਹਦੇ, ਕਿਉਂ ਬੇਪਰਵਾਹ ਜੋ ਹੋਇਆ ਫਿਰਦਾ, ਝਾੜੀਆਂ 'ਚ ਤਾਂ ਉਹੀ ਫਿਰਦਾ ਹੈ ਨਾ। ਪਰ ਕੀਰਤਨ ਸੋਹਲਾ ਪੜ੍ਹਦਾ, ਅਸੀਂ ਉਹਦੇ ਨਾਲ ਨਾਲ ਸੁਣਦੇ ਹਾਂ ਕੀਰਤਨ ਸੋਹਲਾ ਦੂਜੇ ਰੂਪ ਵਿੱਚ, ਤਾਂ ਕਰਕੇ ਝਾੜੀਆਂ ਦੇ ਕੰਡੇ ਸਾਡੇ ਲੱਗ ਰਹੇ ਨੇ। ਉਸੇ ਵੇਲੇ ਗੁਰੂ ਅੰਗਦ ਦੇਵ ਜੀ ਗਏ, ਉਸ ਨੂੰ ਬੁਲਾਇਆ, ਸਿੱਖਿਆ ਦਿੱਤੀ ਗੁਰੂ ਨਾਨਕ ਦੇਵ ਜੀ ਨੇ, ਪ੍ਰੇਮੀਆਂ ਇਹ ਕੀਰਤਨ ਸੋਹਲਾ ਉਦੋਂ ਪੜ੍ਹਨਾ ਜੇ ਤੂੰ ਆਪਣੇ ਬਰਾਜਣ ਵੇਲੇ ਆਸਣ ਤੇ ਬੈਠ ਜਾਵੇਂ। ਬਾਣੀ ਪੜ੍ਹਨੀ ਹੈ ਪਰ ਖਿਆਲ ਨਾਲ, ਜਦੋਂ ਪ੍ਰੇਮ ਨਾਲ ਸਿੱਖ ਕੋਈ ਬਾਣੀ ਪੜ੍ਹਦਾ ਹੈ, ਮਹਾਰਾਜ ਕਹਿੰਦੇ ਅਸੀਂ ਨਾਲ ਨਾਲ ਤੁਰ ਕੇ ਅਸੀਂ ਸੁਣਦੇ ਰਹਿੰਦੇ ਹਾਂ ਸਿੱਖ ਦੀ ਬਾਣੀ। ਕਿੰਨੀ ਭਾਵਨਾ ਖਾਲਸਾ ਜੀ, ਜੇ ਆਪਾਂ ਗੁਰੂ ਸਾਹਿਬ ਨੂੰ ਇਹ ਸਮਝ ਲਈਏ ਸਾਡੇ ਨਾਲ ਫਿਰਦੇ ਨੇ। ਜਿਹੜਾ ਕਹਿੰਦਾ ਮੇਰਾ ਮਨ ਨਹੀਂ ਟਿਕਦਾ, ਮੇਰੇ ਮਨ ਦੇ ਫੁਰਨੇ ਨਹੀਂ ਟਿਕਦੇ, ਕੀ ਫੁਰਨਾ ਕਰਨਾ ਮੈਂ ਕਿ ਮਹਾਰਾਜ ਸਾਡੇ ਸਾਰਿਆਂ ਫੁਰਨਿਆਂ ਨੂੰ ਜਾਣਦੇ ਨੇ। ਕਈ ਵਾਰੀ ਆਪਾਂ ਮਿੱਤਰ ਦੇ ਕੋਲੇ ਬੈਠੇ ਆ, ਮਿੱਤਰ ਦਾ ਬੁਰਿਆ ਦਾ ਚਿਤਵਰਨੇ ਆ ਫੁਰਨਾ, ਜੇ ਮਿੱਤਰ ਨੂੰ ਪਤਾ ਲੱਗੇ ਮੇਰੇ ਬਾਰੇ ਆ ਚਿਤਵਿਆ, ਕਦੇ ਵੀ ਨਾ ਕੋਲੇ ਬੈਠੇ। ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ, ਗੁਰ ਤੇਗ ਬਹਾਦਰ ਬੋਲਿਆ ਧਰ ਪਿਆ ਧਰਮ ਨਾ ਛੋੜੀ ਹੈ। ਜਿਵੇਂ ਧੰਨੇ ਦੀਆਂ ਗਊਆਂ ਵੀ ਚਾਰਦਾ ਸੀ, ਜਿੱਥੇ ਜਿੱਥੇ ਕੋਈ ਰਾਧਦਾ ਉਨਾ ਹੀ ਰੂਪ ਧਾਰ ਲੈਂਦਾ ਪਰਮੇਸ਼ਰ। ਕਰ ਪ੍ਰਤੀਤ ਨਿਤ ਜਪ ਪੜੈ। ਜਿਹੜਾ ਭਾਈ ਪਿਛਲੀ ਪੰਕਤੀ ਪੜ੍ਹ ਲਈ, ਹਾਂਜੀ, ਜਿਉ ਧੰਨੇ ਕੀ ਧੈਨ ਕੋ ਠਾਕਰ ਚਾਰੈ ਨਿਤ। ਜਿਵੇਂ ਭਗਵਾਨ ਜੀ ਰੋਜ਼ ਗਾਈਆਂ ਚਾਰਦੇ ਸੀ ਧੰਨੇ ਦੀਆਂ, ਕਰ ਪ੍ਰਤੀਤ ਨਿਤ ਜਪ ਪੜੈ। ਇਉਂ ਭਾਈ ਭਰੋਸਾ ਧਾਰ ਕੇ ਜਪਜੀ ਸਾਹਿਬ ਦਾ ਪਾਠ ਕਰੇ। ਇਹ ਨਾ ਸਮਝੇ ਕਿ ਗੁਰੂ ਸਾਹਿਬ ਕੋਲੇ ਨਹੀਂ ਹਨ, ਚਲੋ ਗਲਤੀ ਪੜ੍ਹ ਲੈਨੇ ਆ। ਬਹੁਤ ਸੁੱਧ ਬਾਣੀ ਪੜ੍ਹੇ ਕਿ ਮਹਾਰਾਜ ਨੇੜੇ, ਮੇਰੇ ਨੇੜੇ ਕੋਲੇ ਹੋਏ, ਮੈਂ ਨਾ ਮੈਨੂੰ ਨਹੀਂ ਦੀਂਦੇ, ਸਤਿਗੁਰੂ ਜੀ ਕੀ ਕਹਿਣਗੇ, ਤੂੰ ਗਲਤ ਬਾਣੀ ਪੜ੍ਹਦਾ ਹੈ। ਬਹੁਤ ਸੁੱਧ ਵਿਚਾਰ ਕੇ ਪੜ੍ਹੇ। ਤਰਲੋਚਨ ਨੇ ਆ ਕੇ ਪੁੱਛਿਆ ਸੀ ਕਿ ਧੰਨੇ ਨੂੰ ਕਿਉਂ ਵੀ ਧੰਨਿਆ, ਕਿਤੇ ਬੇਅਦਬੀ ਕਾ ਨਹੀਂ ਕਰਦਾ ਠਾਕਰਾਂ ਦੀ, ਭੋਗ ਟਾਈਮ ਸਿਰ ਲਵਾਉਣਾ। ਧੰਨਾ ਕਹਿੰਦਾ ਤਰਲੋਚਨ ਜੀ ਉਹ ਤਾਂ ਹੁਣ ਆਪ ਹੀ ਛੋਕਣ ਲੱਗ ਗਏ ਭੋਜਨ ਮੇਰੇ ਘਰ, ਉਹ ਤਾਂ ਮੇਰੀਆਂ ਭੁੱਖਾਂ ਮਿਟਣ ਵਾਲੇ, ਕੰਮਕਾਰ ਮੇਰਾ ਸਾਰਾ ਕਰਦੇ ਨੇ। ਕਹਿੰਦਾ ਤੇਰਾ ਕੰਮ ਕਰਦੇ ਨੇ? ਕਹਿੰਦਾ ਤੈਂ ਦੇਖੇ ਨੇ? ਕਹਿੰਦਾ ਹਾਂ ਮੈਂ ਤਾਂ ਰੋਜ਼ ਉਹਦੇ ਨਾਲ ਗੱਲਾਂ ਬਾਤਾਂ ਕਰਦਾ, ਦਿਖਾ ਤਾਂ ਮੈਨੂੰ। ਕਹਿੰਦਾ ਆ ਜੀ ਖੇਤ। ਫੇਰ ਬਾਹਮਣ ਗਿਆ ਖਾਲਸਾ ਜੀ, ਧੰਨੇ ਨੂੰ ਜਾ ਕੇ ਕਹਿੰਦਾ ਦਿਖਾ ਕਿੱਥੇ ਆ ਭਗਵਾਨ ਤੇਰਾ? ਉਹਦੇ ਕਹਿੰਦਾ ਬੂਰੀ ਮਹਿਸ ਦੇ ਉੱਤੇ ਹੱਥ ਰੱਖਿਆ ਹੋਇਆ, ਉਹਨੂੰ ਚਾਰਦਾ। ਤੇ ਲੋਚਨ ਨੂੰ ਕਿੱਥੇ ਦਿਸੇ ਖਾਲਸਾ ਜੀ? ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪਿਰੀ, ਉਹ ਅੱਖਾਂ ਭਾਈ ਹੋਰ ਨੇ ਜਿਨ੍ਹਾਂ ਨਾਲ ਮੇਰਾ ਪਿਆਰਾ ਦਿਸਦਾ ਹੈ। ਉਹ ਧੰਨੇ ਵਾਲੀਆਂ ਅੱਖਾਂ ਖਾਲਸਾ ਜੀ ਤਰਲੋਚਨ ਨੂੰ ਦੇ ਪਾਸ ਨਹੀਂ ਸੀ। ਭੁੱਬਾਂ ਮਾਰ ਕੇ ਰੋਣ ਲੱਗ ਗਿਆ, ਹੇ ਭਗਵਾਨ ਮੈਨੂੰ ਕਿਉਂ ਨਹੀਂ ਦਰਸ਼ਨ ਦਿੰਦੇ? ਸਤ ਸੰਗਤ ਜੀ, ਧੰਨੇ ਨੇ ਬੇਨਤੀ ਕੀਤੀ, ਮਹਾਰਾਜ ਮੈਂ ਇਹਦੇ ਕੋਲੋਂ ਸਿੱਖਿਆ ਲਈ ਹੈ ਤੁਹਾਡੇ ਪ੍ਰਾਪਤੀ ਦੀ, ਇਹਨੂੰ ਵੀ ਦਰਸ਼ਨ ਦਿਓ। ਭਗਤ ਦੇ ਆਖੇ ਲਾ ਕੇ ਤਰਲੋਚਨ ਨੂੰ ਵੀ ਦਰਸ਼ਨ ਹੋਏ। ਗੁਰ ਲਾਗੋ ਚੇਲੇ ਕੀ ਪਾਈ, ਗੁਰੂ ਨੂੰ ਸਾਧ ਸੰਗਤ ਚੇਲੇ ਦੇ ਚਰਨੀ ਧੰਨੇ ਦੇ ਲੱਗਣਾ ਪਿਆ ਤਰਲੋਚਨ ਨੂੰ। ਸੋ ਰਾਹ ਵਿਚਾਰ ਆਪ ਜੀ ਕਹਿੰਦੇ ਹਨ, ਗੁਰੂ ਕਾ ਸਿੱਖ ਸੁੱਧ ਪੜ੍ਹੇ ਨਾਲ ਭਰੋਸੇ ਨਾ ਪੜ੍ਹੇ ਬਾਣੀ। ਤਿਮ ਤੇ ਸਤਿਗੁਰ ਮਿਤ, ਕਿਉਂ ਭਾਈ ਸਤਿਗੁਰੂ ਜੀ ਉਹਦੇ ਗੁਰਸਿੱਖ ਦੇ ਪਿਆਰੇ ਹਨ। ਪੜ੍ਹੇ ਸੁਨੇ ਚਿਤ ਲਾਇ ਕੈ, ਔਰ ਚਿੱਤ ਦੀ ਬਿਰਤੀ ਜੋੜ ਕੇ ਪੜ੍ਹੇ ਵੀ, ਤੇ ਜੇ ਸੁਣਨ ਦਾ ਮੌਕਾ ਮਿਲੇ ਸੁਣੇ ਵੀ। ਜੋ ਲਿਖ ਦੇਸ ਪ੍ਰੀਤ, ਔਰ ਜੇ ਕੋਈ ਕਹੇ ਭਾਈ ਮੈਨੂੰ ਜਪਜੀ ਸਾਹਿਬ ਚਾਹੀਦਾ, ਹੁਣ ਤਾਂ ਪ੍ਰਿਸਾਂ ਬਣ ਗਈਆਂ ਨਾ, ਜਿਹਨੇ ਮਰਜ਼ੀ ਗੁੱਟ ਕੇ ਲਈ ਆਓ। ਅੱਗੇ ਖਾਲਸਾ ਜੀ ਲਿਖ ਕੇ ਦੇਣੇ ਪੈਂਦੇ ਸੀ। ਜੇ ਕੋਈ ਲਿਖਣ ਜਾਣਦਾ ਲਿਖਾਰੀ, ਉਹਨਾਂ ਨੇ ਲਿਖਾਰੀਆਂ ਦਾ ਬੁੰਗਾ ਹੁੰਦਾ ਸੀ ਸਤ ਸੰਗਤ ਜੀ ਹਰਿਮੰਦਰ ਸਾਹਿਬ ਸਰੋਵਰ ਦੀ ਪਰਿਕਰਮਾ 'ਚ, ਉਹ ਲਿਖਾਰੀਆਂ ਦਾ ਬੁੰਗਾ ਉਸ ਨੂੰ ਕਹਿੰਦੇ।
ਬਿਹੰਗਮ ਸਤ ਸੰਗੀ ਸਾਧੂ ਬਹੁਤ ਸਾਰੇ, ਲਿਖਾਰੀ ਉੱਥੇ ਬੈਠ ਕੇ ਸਿਆਹੀ ਆਪ ਤਿਆਰ ਕਰਨੀ। ਪਹਿਲਿਆਂ ਸਮਿਆਂ 'ਚ ਸਿਆਹੀ ਦੀ ਵਿਧੀ ਪੁਰਾਣੀਆਂ ਲਿਖਤ ਦੀਆਂ ਬੀੜਾਂ ਦੇ ਪਿਛਲੇ ਪਾਸੇ ਬਹੁਤ ਥਾਈਂ ਲਿਖੀ ਦੀ ਦੇਖੀ ਦੀ ਹੈ। ਉਹਦੇ ਸੋਨਾ ਪਾਉਂਦੇ ਸੀ, ਰਗੜ ਰਗੜ ਕੇ ਚੰਗੀ ਤਰ੍ਹਾਂ ਸਿਆਹੀਆਂ ਬਣਾਇਆ ਕਰਦੇ ਕਰਤਾ ਜੀ। ਫਿਰ ਸਿਆਹੀ ਵਿੱਚ ਜਾਂ ਗੰਗਾ ਦਾ ਪਾਣੀ ਪਾਉਣਾ ਜਾਂ ਹਰਿਮੰਦਰ ਸਾਹਿਬ ਦੇ ਸਰੋਵਰ ਦਾ ਪਾਉਣਾ ਕਿ ਗੁਰਬਾਣੀ ਲਿਖਣੀ ਹੈ, ਇਹ ਸੁੱਚਾ ਪਾਣੀ ਚਾਹੀਦਾ। ਅੱਜ ਕੌਣ ਸੋਚਦਾ ਵੀ ਇਹ ਸੁੱਚ ਕਿੰਨੀ ਬਰੀਕ ਸਤ ਸੰਗਤ ਜੀ ਬਿਰਤੀ ਸੀ ਉਹਨਾਂ ਗੁਰਮੁਖਾਂ ਦੀ। ਅੱਜ ਕੋਈ ਪਤਾ ਕਿ ਕਿਹੜੀ ਸਿਆਹੀ ਨਾਲ ਲਿਖੇ ਗਏ ਅੱਖਰ। ਸੋ ਸਤ ਸੰਗਤ ਜੀ ਲਿਖ ਕੇ ਫਿਰ ਗੁਰਸਿੱਖਾਂ ਨੂੰ ਦੇਣਾ, ਲਓ ਭਾਈ ਪੜ੍ਹਿਆ ਕਰੋ। ਇਉਂ ਸਾਡਾ ਸਿੱਖ ਭਾਈ ਲਿਖ ਕੇ ਹੋਰ ਗਾਹਾਂ ਦੇਵੇ। ਮਨ ਚਿੰਤਤ ਫਲ ਪਾਇ ਕੈ, ਫਿਰ ਮਨ ਵੀ ਜੋ ਚਿਤਵੇਗਾ ਫਲ ਪਾਵੇਗਾ। ਕਰਹਿ ਸੁਖ ਭੈ ਭੀਤ, ਜਿਹੜਾ ਭੈ ਭੀਤ ਡਰਦੇ ਸਹਿਤ ਸੰਸਾਰ ਹੈ, ਸਮੁੰਦਰ ਤੋਂ ਸੁਖ ਨਾ ਤਰੇਗਾ ਸਾਡਾ ਸਿੱਖ। ਭੇਟਾ ਕਰ ਉਪਦੇਸ਼ ਗੁਰ, ਔਰ ਨਾਲ ਹੀ ਗੁਰੂ ਸਾਹਿਬ ਦਾ ਉਪਦੇਸ਼ ਹੈ, ਭੇਟਾ ਵੀ ਕਰੇ। ਬਾਣੀ ਪੜ੍ਹ ਕੇ ਜਿਵੇਂ ਸਤਸੰਗ ਦੀ ਖੰਡ ਪਾਠ ਕਰਾਉਂਦੇ, ਸਹਿਜ ਪਾਠ ਕਰਾਉਂਦੇ, ਫਿਰ ਆਪਾਂ ਭੇਟਾ ਰੱਖਦੇ ਹਾਂ। ਤਵੀ ਫਲੈ ਗੁਰ ਸਿੱਖ, ਇਸ ਕਰਕੇ ਗੁਰੂ ਕੀ ਸਿੱਖਿਆ ਭਾਈ ਤਦੇ ਜਾਪ ਕੀਤਾ ਫੜੇਗਾ। ਜਥਾ ਸ਼ਕਤ ਜਪ ਕੋ ਜਾਪ ਜਪੈ, ਜੈਸੇ ਸ਼ਕਤੀ ਆ ਜਪ ਦਾ ਜਾਪ ਕਰੇ ਜਪਜੀ ਸਾਹਿਬ ਦਾ, ਸਿੱਧ ਹੋਏ ਗੁਰਮੁਖ। ਉਹ ਗੁਰਮੁਖ ਭਾਈ ਮੁਕਤ ਹੋ ਜਾਣਗੇ। ਆਦ ਸੱਚ ਜੁਗਾਦ ਸੱਚ, ਇਹ ਸਤ ਸੰਗਤ ਜੀ ਸ਼੍ਰੋਮਣੀ ਮੰਤਰ ਹੈ, ਏਕ ਓੰਕਾਰ ਤੋਂ ਲੈ ਕੇ ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੱਕ। ਹੈ ਵੀ ਸੱਚ ਬਖਾਨ, ਹੈ ਵੀ ਸੱਚ ਵੀ ਇਹ ਪੌੜੀ ਦੇ ਵਿੱਚ ਪੰਕਤੀ ਹੈ। ਨਾਨਕ ਹੋਸੀ ਵੀ ਸੱਚ, ਨਾਨਕ ਹੋਸੀ ਵੀ ਸੱਚ, ਇੱਥੇ ਤੱਕ ਮੂਲ ਮੰਤਰ ਹੈ। ਅੱਗੇ ਫਿਰ ਜਪ ਦਾ ਇਹ ਸਰਲੇਖ ਹੈ ਜਪਜੀ ਸਾਹਿਬ ਦਾ। ਅੱਗੇ ਇਹ ਪੌੜੀ ਜਪੋ ਪਰਮਾਨ, ਇਹ ਭਾਈ ਪ੍ਰਮਾਣ ਨੀਕ ਹੈ, ਸਭ ਤੋਂ ਉੱਤਮ ਇਹਨੂੰ ਪੜ੍ਹਿਆ ਕਰੋ। ਸਿਰੇ ਮੰਤਰ ਸਭ ਪੌੜੀਆਂ, ਸਾਰੇ ਮੰਤਰਾਂ ਦਾ, ਸਾਰੇ ਪੌੜੀਆਂ ਦਾ, ਸਾਰੀ ਗੁਰਬਾਣੀ ਦਾ ਸ਼੍ਰੋਮਣੀ ਮੰਤਰ ਹੈ। ਇਹ ਪੌੜੀ ਲਿਖ ਸਾਰ, ਇਹ ਭਾਈ ਲਿਖ ਕੇ ਸ੍ਰੇਸ਼ਟ ਪੌੜੀ ਦਿਓ ਹੋਰਾਂ ਨੂੰ। ਅੰਤ ਸਮੇਂ ਚੱਲ ਬੈ ਗੁਰੂ, ਅੰਤ ਦੇ ਸਮੇਂ ਭਾਈ ਰਾਮ ਕੌਰ ਜੀ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਨੇ, ਅੰਤ ਦੇ ਸਮੇਂ ਜਦੋਂ ਸਤਿਗੁਰੂ ਜੀ ਨੇ ਸੱਚਖੰਡ ਨੂੰ ਚਾਲੇ ਪਾਏ, ਜੋਤੀ ਜੋਤ ਸਮਾਏ, ਕੀਨੋ ਇਹੀ ਉਚਾਰ। ਇਹੀ ਅੰਤ ਦੇ ਸਮੇਂ ਜਪਜੀ ਸਾਹਿਬ ਦਾ ਉਚਾਰਨ ਕੀਤਾ, ਮੂਲ ਮੰਤਰ ਗੁਰਮੰਤਰ ਪੜ੍ਹਿਆ। ਸਤਨਾਮ ਸਤਿਗੁਰ ਪ੍ਰਸਾਦ, ਤੋ ਇੱਕ ਓੰਕਾਰ ਤੇ ਸਤ ਸੰਗਤ ਜੀ ਸਤਿਗੁਰ ਪ੍ਰਸਾਦ, ਇਹਦੇ ਵਿਚਾਲੇ ਜਿਹੜੇ ਅੱਖਰ ਨੇ ਉਹ ਫਿੱਟ ਕਰਨੇ ਹਨ। ਸਿੱਧ ਮੰਤਰ ਇਹ ਜਾਨ, ਇਹ ਭਾਈ ਮੁਕਤੀ ਦਾਤਾ ਮੰਤਰ ਹੈ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗੁਰ ਪ੍ਰਸਾਦ ਅਖੀਰ ਤੇ ਲੱਗਿਆ ਹੈ। ਰਾਮ ਕੋਇ ਭਾਖੈ ਭਲੇ, ਬਾਬਾ ਰਾਮ ਕੌਰ ਜੀ ਜਿਨ੍ਹਾਂ ਦਾ ਨਾਮ ਗੁਰਬਖਸ਼ ਸਿੰਘ ਹੈ, ਬਾਬਾ ਬੁੱਢਾ ਜੀ ਦੀ ਪੀੜ੍ਹੀ ਚੋਂ ਸਤ ਸੰਗਤ ਜੀ ਉਹ ਕਹਿ ਰਹੇ ਨੇ, ਸਾਹਿਬ ਸਿੰਘ ਸੁਨ ਕਾਨ। ਇਹ ਲਿਖਾਰੀ ਸਾਹਿਬ ਸਿੰਘ ਕੰਨੀ ਸੁਣ ਲੈ, ਤੈਨੂੰ ਦੱਸਦੇ ਹਾਂ। ਹੰਪੀ ਜਬ ਕਥ ਜਪਤ ਹੈ, ਅਸੀਂ ਵੀ ਜਦੋਂ ਕਦੋਂ ਕਦੇ ਜਾਪ ਜਪਦੇ ਹਾਂ। ਇਹੀ ਮੰਤਰ ਬਰਸਾਰ, ਇਹ ਬਰਸਰੇਟ ਸਭ ਤੋਂ ਮੂਲ ਮੰਤਰ ਹੀ ਸ੍ਰੇਸ਼ਟ ਮੰਤਰ ਹੈ। ਗੁਰ ਧਰ ਕੇ ਅਵਤਾਰ ਕੋ, ਗੁਰੂ ਸਾਹਿਬ ਨੇ ਅਵਤਾਰ ਧਾਰ ਕੇ ਕੀਨੋ ਜਗਤ ਉਧਾਰ। ਸਾਰੇ ਜਗਤ ਦੀ ਕਲਿਆਣ ਕੀਤੀ ਹੈ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ। ਸਤਿਗੁਰ ਚਲਤ ਦਿਖਾਇਆ, ਇਹ ਗੁਰੂ ਸਾਹਿਬ ਨੇ ਮੈਂ ਅੱਖੀਂ ਡਿੱਠੇ ਨੇ ਮਹਾਰਾਜ ਦੇ ਕੌਤਕ, ਇਹ ਅਚਰਜ ਕੌਤਕ ਦਿਖਾਇਆ ਹੈ। ਦੇ ਧਾਰ ਕੈ ਮੀਤ, ਇਹ ਪਿਆਰੇ ਮਿੱਤਰ ਗੁਰਸਿੱਖੋ, ਦੇ ਧਾਰ ਕੇ ਆਪ ਜੀ ਨੇ ਅਚਰਜ ਕੌਤਕ ਕੀਤੇ ਨੇ। ਸਭ ਦੇਖਾ ਸਤਿਗੁਰ ਚਲਤ, ਮੈਂ ਸਾਰੇ ਗੁਰੂ ਸਾਹਿਬ ਦੇ ਅੱਖੀਂ ਕੌਤਕ ਦੇਖਦਾ ਰਿਹਾ ਅਨੰਦਪੁਰ ਸਾਹਿਬ ਰਹਿ ਕੇ। ਸਿਮਰ ਹੈ ਐਨਸ ਚੀਤ, ਸਤਿਗੁਰੂ ਜੀ ਰਾਤ ਦਿਨ ਚੇਤੇ ਕਰਦੇ ਨੇ ਗੁਰਬਾਣੀ ਦੁਆਰਾ। ਏਕ ਬਾਰ ਸਤਿਗੁਰ ਕਹਿਓ, ਇੱਕ ਵਾਰੀ ਸਤਿਗੁਰੂ ਜੀ ਨੇ ਕਿਹਾ, ਮੰਤਰ ਜੰਤਰ ਕਲਮਾ ਹੈ। ਕਹਿੰਦੇ ਭਾਈ ਕਲਯੁਗ ਦਾ ਸਮਾਂ ਆਵੇਗਾ, ਮੰਤਰ ਜੰਤਰ ਲੋਕ ਬਹੁਤ ਕਰਿਆ ਕਰਨਗੇ। ਲੋਕ ਕਰਹਿਗੇ ਜਗਤ ਮੈਂ, ਥਾਂ ਤੇ ਲੋਕ ਇਹਨਾਂ ਨੂੰ ਸਿੱਧ ਕਰਿਆ ਕਰਨਗੇ, ਟੂਣੇ ਟਾਮਣ ਆਦਿਕ ਮੰਤਰਾਂ ਜੰਤਰਾਂ ਨੂੰ। ਮੇਰਾ ਸਿੱਖ ਨਾ ਚਾਹੇ, ਸਾਡਾ ਸਿੱਖ ਨਹੀਂ ਚਾਹੂਗਾ ਇਸ ਚੀਜ਼ ਨੂੰ। ਕਦੇ ਵੀ ਕੋਈ ਛਲਾਦਕ ਨਹੀਂ ਕੱਢਣਾ,
ਕੋਈ ਪੁੱਠੇ ਮੰਤਰ ਨਹੀਂ ਜਪਣੇ। ਏਕ ਸਮਹਿ ਮੰਤਰੀ ਬਹੁਤ, ਇੱਕ ਇਹੋ ਜਿਹਾ ਸਮਾਂ ਆਵੇਗਾ ਬਹੁਤ ਜੰਤਰੀ ਮੰਤਰੀ ਹੋ ਜਾਣਗੇ। ਘਰ ਘਰ ਬਾਜੈ ਬਾਜ, ਘਰ ਘਰ ਚ ਬਾਜੇ ਵੱਜਿਆ ਕਰਨਗੇ, ਚੌਕੀਆਂ ਲੱਗਿਆ ਕਰਨਗੀਆਂ। ਜਪ ਤਪ ਦੇਹ ਚਾ ਨਾ ਰਹੈ, ਗੁਰੂ ਕੀ ਬਾਣੀ ਤੇ ਜਪ ਤੇ ਤਪ ਤੇ ਨੇਚਾ ਨਹੀਂ ਰਹੇਗਾ ਲੋਕਾਂ ਦਾ। ਕਰਹਿ ਦੇਖਤ ਸਾਜ, ਇੱਕ ਦੂਜੇ ਨੂੰ ਦੇਖਾ ਦੇਖੀ ਜੰਤਰ ਮੰਤਰ ਟੂਣੇ ਟਾਮਣਾ ਚ ਫਸ ਜਾਣਗੇ। ਜੈਸੀ ਗੁਰ ਕੀ ਭਾਵਨਾ, ਜਿਹੀ ਜੀ ਭਾਈ ਗੁਰੂ ਸਾਹਿਬ ਤੇ ਭਾਵਨਾ ਰੱਖੂ ਕੋਈ, ਤੈਸੀ ਗਤ ਹੋਏ ਸ਼ਕਤ। ਉਸੇ ਤਰ੍ਹਾਂ ਭਾਈ ਸ਼ਕਤੀ ਪ੍ਰਾਪਤ ਹੋਊ ਗੁਰਸਿੱਖਾਂ ਨੂੰ। ਸਰਨ ਭਜੋ ਸ਼੍ਰੀ ਰਾਮ ਕੀ, ਵਾਹਿਗੁਰੂ ਨੇ ਸਤ ਸੰਗਤ ਜੀ ਜਿਵੇਂ ਤ੍ਰੇਤੇ ਚ ਰਾਮ ਰੂਪ ਧਾਰਿਆ ਹੈ, ਕਲਯੁਗ ਦੇ ਅੰਦਰ ਸਾਡੇ ਬਜ਼ੁਰਗਾਂ ਨੇ ਗੁਰੂ ਰਾਮਦਾਸ ਰੂਪ ਧਾਰਿਆ ਹੈ। ਉਹਨਾਂ ਦੀ ਸ਼ਰਨ ਵਿੱਚ ਭਜਨ ਕਰੋ ਬੈਠ ਕੇ। ਕਲ ਮੈਂ ਨਿਹਚਾ ਮੁਕਤ, ਕਲਯੁਗ ਦੇ ਉੱਤੇ ਭਾਈ ਜਿਹਦੇ ਅੰਦਰ ਨੇਚਾ ਹੈ ਉਹ ਮੁਕਤ ਹੋਵੇਗਾ। ਜੇ ਨੇਚਾ ਭਰੋਸਾ ਨਹੀਂ ਫੇਰ ਕੁਝ ਨਹੀਂ। ਵਾਹਿਗੁਰੂ ਏ ਮੰਤਰ ਜਪ, ਵਾਹਿਗੁਰੂ ਗੁਰਮੰਤਰ ਹੈ ਜਪਣਾ ਕਰੋ। ਸਗਲ ਸਰੈਂਗੇ ਕਾਮ, ਸਾਰੇ ਕੰਮ ਗੁਰਸਿੱਖੋ ਤੁਹਾਡੇ ਪੂਰੇ ਹੋਣਗੇ। ਸਿੱਖ ਗੁਰੂ ਕੇ ਹਿਤ ਕਰ, ਗੁਰੂ ਕਾ ਸਿੱਖ ਹੈ ਗੁਰੂ ਨਿਮਿਤ। ਨਿਤ ਸਵਾਰ ਰਾਮ, ਔਰ ਸਵੇਰੇ ਵੀ ਰਾਤ ਨੂੰ ਵੀ ਗੁਰੂ ਕਾ ਸਿੱਖ ਬਾਣੀ ਪੜ੍ਹੇ ਜਾਪ ਜਪੇ। ਸੋ ਸਤ ਸੰਗਤ ਜੀ ਜਿਸ ਪ੍ਰਕਾਰ ਜਪਜੀ ਸਾਹਿਬ ਦਾ ਮਹੱਤਵ ਦੱਸ ਰਹੇ ਨੇ, ਇੱਥੇ ਵਿਸਰਾਮ ਦਿੰਦੇ ਹਾਂ। ਮਹਿਮਾ ਪਰੇ ਤੋਂ ਪਰੇ ਹੈ ਸਤ ਸੰਗਤ ਜੀ ਗੁਰੂ ਘਰ ਦੀ। ਸੋ ਖਾਲਸਾ ਜੀ ਸਮਾਂ ਸੰਪੂਰਨ ਹੋਇਆ ਹੈ। ਰਾਗੀ ਇਸ ਵੇਲੇ ਸਤ ਸੰਗਤ ਜੀ ਰਾਗੀ ਸੰਕੀਰਤਨ ਕਰਨਗੇ। ਆਪ ਅੰਮ੍ਰਿਤਮਈ ਬਾਣੀ ਦਾ ਰਸ ਮਾਣੋ। ਸਤਿਗੁਰੂ ਜੀ ਕਿਰਪਾ ਕਰਨ ਭਾਈ, ਘੜੀਆਂ ਲੇਖੇ ਨਾ ਹੋਣ। ਇਹੀ ਜੀ ਅੰਮ੍ਰਿਤ ਬਾਣੀ ਮਾਨਸ ਦੇ ਹੀ ਮਿਲੀ ਹੋਈ ਹੈ। ਆਪਾਂ ਖਾਲਸਾ ਜੀ ਕਿਵੇਂ ਇਸ ਨੂੰ ਭੁਲਾਈਏ। ਜੇ ਕੋਈ ਅਨਪੜ੍ਹ ਹੋਵੇ ਉਹ ਤਾਂ ਤਰਸੇ, ਪੜ੍ਹ ਲਿਖ ਕੇ ਵੀ ਸਤ ਸੰਗਤ ਜੀ ਆਪਾਂ ਬਾਣੀ ਤੋਂ ਪਿੱਛੇ ਹਟੇ ਰਹੀਏ ਤਾਂ ਮੰਦਭਾਗ ਹਨ। ਅੱਗੇ ਸਤ ਸੰਗਤ ਜੀ ਅੱਗੇ ਕਿਹੜਾ ਲੋਕ ਪੜ੍ਹੇ ਹੁੰਦੇ ਸੀ, ਮਾਈਆਂ ਕੀ ਭਾਈ ਕੀ, ਸਾਰੇ ਅਨਪੜ੍ਹ ਸੁਣ ਸੁਣ ਕੇ ਸਤ ਸੰਗਤ ਜੀ ਬਾਣੀ ਚੇਤੇ ਕਰ ਲੈਂਦੇ ਸੀ। ਉਹ ਹੁਣ ਵੀ ਕਰ ਲੈਂਦੇ ਹਨ। ਸੋ ਖਾਲਸਾ ਜੀ ਆਇਓ ਸੁਣਨ ਪੜ੍ਹਨ ਕੋ ਬਾਣੀ। ਮਹਾਰਾਜ ਦੀ ਆਗਿਆ ਹੈ ਭਾਈ ਜੇ ਆਏ ਹਾਂ ਤਾਂ ਬਾਣੀ ਸੁਣਨ ਪੜ੍ਹਨ ਵਾਸਤੇ ਆਏ ਹਾਂ। ਐਸੀ ਅੰਮ੍ਰਿਤਮਈ ਬਾਣੀ ਤੋਂ ਖਾਲਸਾ ਜੀ ਕਦੇ ਵੀ ਮੁਖ ਨਾ ਫੇਰੋ। ਇਸ ਸਤ ਸੰਗਤ ਜੀ ਗੁਰਬਾਣੀ ਪੜ੍ਹਨ ਸੁਣਨ ਵਾਲੀ ਜਨਮ ਸਫਲਾ ਹੈ। ਸਤ ਸੰਗਤ ਜੀ ਭੁੱਲਾਂ ਚੁੱਕਾਂ ਮਾਫ ਕਰਨੀਆਂ। ਇੱਥੇ ਵਿਸਰਾਮ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।